ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਨਾਮਦੇਵ ਜੀ। ਕੰਮ ਕਿਤੈ ਪਿਓ ਚੱਲਿਆ, ਨਾਮ ਦਿਓ ਨੂੰ ਆਖ ਸਧਾਇਆ। ਠਾਕੁਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ। ਨਾਮ ਦਿਓ ਇਸ਼ਨਾਨ ਕਰ, ਕਪਲ ਗਾਏ ਦੋਹੇ ਕਹਿ ਲੈ ਆਇਆ। ਠਾਕੁਰ ਨੂੰ ਨਹਾਲ ਕੇ, ਚਰਨੋਦਕ ਲੈ ਤਿਲਕ ਚੜਾਇਆ। ਹੱਥ ਜੋੜ ਬਿਨਤੀ ਕਰੈ, ਦੁੱਧ ਪੀਓ ਜੀ ਗੋਬਿੰਦ ਰਾਇਆ। ਨਿਹਚੋਂ ਕਰ ਆਰਾਧਿਆ, ਹੋਏ ਦਿਆਲ ਦਰਸ਼ ਦਿਖਲਾਇਆ। ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੂੰ ਦੁੱਧ ਪਿਆਇਆ। ਗਾਏ ਮੁਈ ਜਿਵਾਲਿਓਨ, ਨਾਮਦੇਵ ਦਾ ਛੱਪਰ ਛਾਇਆ। ਫੇਰ ਦੇਹੁਰਾ ਰੱਖਿਓਨ, ਚਾਰ ਵਰਨ ਲੈ ਪੈਰੀ ਪਾਇਆ। ਭਗਤ ਜਨਾਂ ਦਾ ਕਰੇ ਕਰਾਏ। ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ ਇਸ ਪੌੜੀ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ ਪਰਤਾਏ ਇਸ਼ਾਰਾ ਦਿੰਦੇ ਨੇ ਕਿ ਨਾਮਦੇਵ ਜੀ ਦੇ ਪਿਤਾ ਜੀ ਕਿਤੇ ਕੰਮ ਚੱਲੇ ਤੇ ਪੁੱਤਰ ਨੂੰ ਕਹਿ ਗਏ ਕਿ ਠਾਕੁਰ ਦੀ ਸੇਵਾ ਕਰਨੀ ਹੈ। ਦੁੱਧ ਪਿਆਵਣ ਦਾ ਕੰਮ, ਭਾਵ ਭੋਗ ਲਵਾਉਣ ਦਾ ਕੰਮ, ਇਹ ਸਾਰਾ ਕੁਝ ਸਮਝਾ ਦਿੱਤਾ। ਨਾਮਦੇਵ ਜੀ ਇਸ਼ਨਾਨ ਕਰਕੇ ਗੋਰੀ ਗਾਂ ਚੋ ਕੇ ਲੈ ਆਏ। ਠਾਕੁਰ ਨੂੰ ਇਸ਼ਨਾਨ ਕਰਵਾਇਆ, ਚਰਨ ਜਲ ਲੈ ਕੇ ਤਿਲਕ ਲਾਇਆ। ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਗੋਬਿੰਦ ਰਾਏ ਦੁੱਧ ਪੀਓ। ਨਿਹਚੇ ਕਰਕੇ ਅਰਾਧਨਾ ਕੀਤੀ। ਠਾਕੁਰ ਨੇ ਸ਼ਰਧਾ ਭਾਵਨੀ ਵੇਖ ਕੇ ਦਿਆਲ ਹੋ ਕੇ ਦਰਸ਼ਨ ਦਿੱਤੇ। ਨਾਮਦੇਵ ਜੀ ਨੇ ਕਟੋਰੀ ਭਰੀ ਤੇ ਉਹ ਕਟੋਰੀ ਲੈ ਕੇ ਠਾਕੁਰ ਨੂੰ ਦੁੱਧ ਪਿਲਾਇਆ। ਆਪਣੇ ਜੀਵਨ ਵਿੱਚ ਮੋਈ ਗਾਂ ਨੂੰ ਜਵਾਲਣਾ ਕੀਤਾ। ਪਰਮੇਸ਼ਰ ਜੀ ਨੇ ਨਾਮਦੇਵ ਦਾ ਛੱਪਰ ਵੀ ਬਣਾਉਣਾ ਕੀਤਾ। ਦੇਹੁਰਾ ਫੇਰ ਕੇ ਰੱਖਿਆ। ਚਾਰ ਵਰਨਾਂ ਨੂੰ ਉਸ ਭਗਤ ਦੀ ਪੈਰੀ ਪਾਇਆ। ਪ੍ਰਭੂ ਭਗਤ ਜਨਾਂ ਦਾ ਕਰਾਇਆ ਕਰਦਾ ਹੈ। ਆਪ ਜੀ ਦਾ ਸੰਖੇਪ ਜੀਵਨ ਬਿਉਰਾ ਇਸ ਪ੍ਰਕਾਰ ਹੈ। ਆਪ ਜੀ ਦਾ ਜਨਮ 1270 ਈਸਵੀ ਨੂੰ ਪਿਤਾ ਦਮੇਸ਼ਟੀ ਜੀ ਦੇ ਗ੍ਰਹਿ ਮਾਤਾ ਗੋਨਾਬਾਈ ਜੀ ਦੀ ਕੁੱਖੋਂ ਹੋਇਆ। ਜਨਮ ਸਥਾਨ ਪਿੰਡ ਨਰਸੀ ਬਾਹਮਣੀ, ਜ਼ਿਲ੍ਹਾ ਸਤਾਰਾ, ਮਹਾਰਾਸ਼ਟਰ ਵਿੱਚ ਦੱਸਿਆ ਜਾਂਦਾ ਹੈ। ਭਗਤ ਨਾਮਦੇਵ ਜੀ ਦੀ ਪਤਨੀ ਦਾ ਨਾਂ ਸ੍ਰੀਮਤੀ ਰਾਜਾ ਬਾਈ ਸੀ। ਆਪ ਜੀ ਦੇ 4 ਸੁਪੁੱਤਰ, 1 ਪੁੱਤਰੀ ਹੋਈ। ਗੁਰੂ ਦੀਖਿਆ ਆਪ ਜੀ ਨੇ ਬਿਸੋਵਾ ਖੇਚਰ ਤੇ ਗਿਆਨਦੇਵ ਜੀ ਪਾਸੋਂ ਲਈ। ਮੌਕੇ ਦੇ ਸਮੇਂ ਰਾਜਕਾਲ ਦਾ ਸ਼ਾਸਕ ਮੁਹੰਮਦ ਬਿਨ ਤੁਗਲਕ ਸੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਨਾਮਦੇਵ ਜੀ ਦੇ 61 ਸ਼ਬਦ ਦਰਜ ਹਨ। ਆਪ ਜੀ 1350 ਈਸਵੀ ਨੂੰ ਪਿੰਡ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਜੋਤੀ ਜੋਤ ਸਮਾਏ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਨਾਮਦੇਵ ਹਰਿ ਜੀਉ ਬਸੈ ਸੰਗ। ਇਹ ਮੇਰੀ ਆਤਮਾ, ਜਿਵੇਂ ਪ੍ਰਭੂ ਜੀ ਦੀ ਮਿਹਰ ਸਦਕੇ ਛੋਟੀ ਉਮਰ ਵਿੱਚ ਹੀ ਧਰੂਵ ਅਤੇ ਪ੍ਰਹਿਲਾਦ ਜੀ ਨੂੰ ਪ੍ਰੇਮਾ ਭਗਤੀ ਦੀ ਲਗਨ ਸੀ, ਉਸੇ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਛੋਟੀ ਉਮਰ ਵਿੱਚ ਪ੍ਰਭੂ ਪ੍ਰੀਤ ਦੀ ਦਾਤ ਵਾਹਿਗੁਰੂ ਜੀ ਵੱਲੋਂ ਪ੍ਰਾਪਤ ਹੋਈ। ਭਗਤ ਨਾਮਦੇਵ ਜੀ ਦਾ ਜਨਮ 11 ਕੱਤਕ ਸੁਦੀ 1327 ਮੁਤਾਬਕ 1270 ਈਸਵੀ ਨੂੰ ਦਮੇਸ਼ਟੀ ਜੀ ਦੇ ਗ੍ਰਹਿ ਮਹਾਰਾਸ਼ਟਰ ਪ੍ਰਾਂਤ ਦੇ ਜ਼ਿਲ੍ਹਾ ਸਤਾਰਾ ਦੇ ਇੱਕ ਨਗਰ ਨਰਸੀ ਬਾਹਮਣੀ ਵਿਖੇ ਹੋਇਆ। ਆਪ ਜੀ ਦੇ ਮਾਤਾ ਗੋਨਾਬਾਈ ਅਤੇ ਪਿਤਾ ਦਮੇਸ਼ਟੀ ਜੀ ਭਗਤੀ ਭਾਵ ਵਾਲੇ ਸੱਜਣ ਸਨ। ਉਹ ਆਪਣੇ ਨਗਰ ਵਿੱਚ ਹੀ ਮੰਦਿਰ ਜਾਂਦੇ, ਠਾਕੁਰਾਂ ਦੀ ਪੂਜਾ ਕਰਦੇ। ਜਾਤ ਦੇ ਸ਼ੀਂਬੇ ਸਨ। ਲੀੜੇ ਧੋਣ ਅਤੇ ਕੱਪੜੇ ਛਾਪਣ ਦਾ ਕਾਰੋਬਾਰ ਕਰਦੇ ਸਨ। ਵਿਰਸੇ ਵਿੱਚੋਂ ਭਗਤੀ ਦੇ ਸ਼ੁਭ ਸੰਸਕਾਰ ਨਾਮਦੇਵ ਜੀ ਨੂੰ ਪ੍ਰਾਪਤ ਹੋਏ। ਭਾਵੇਂ ਆਪ ਨੂੰ ਪਾਠਸ਼ਾਲਾ ਪੰਡਤ ਜੀ ਪਾਸ ਭੇਜਿਆ ਗਿਆ, ਪਰ ਆਪ ਦੁਨਿਆਵੀ ਵਿਦਿਆ ਨਾਲੋਂ ਵਿਦਿਆਰਥੀਆਂ ਸਮੇਤ ਪ੍ਰਭੂ ਭਗਤੀ ਵੱਲ ਜ਼ਿਆਦਾ ਧਿਆਨ ਦਿੰਦੇ ਸਨ। ਨਗਰ ਨਰਸੀ ਬਾਹਮਣੀ ਦੇ ਨੇੜੇ ਪੁੰਡਰਪੁਰ ਬੀਠਲ ਜੀ ਦਾ ਮੰਦਿਰ ਸੀ। ਇਹ ਮੰਦਿਰ ਚੰਦਰਭਾਗ ਨਦੀ, ਜਿਸ ਨੂੰ ਉਸ ਇਲਾਕੇ ਵਿੱਚ ਗੰਗਾ ਵਾਂਗੂ ਸਤਿਕਾਰ ਦਿੱਤਾ ਜਾਂਦਾ ਹੈ, ਉਸ ਦੇ ਕਿਨਾਰੇ ਸੁਭਾਇਮਾਨ ਹੈ। ਇਹ ਕੋਈ 500-700 ਸਾਲ ਪੁਰਾਣਾ ਮੰਦਿਰ ਹੈ, ਜੋ ਮੰਦਿਰ ਭਗਵਾਨ ਜੀ ਦੇ ਆਪਣੇ ਕਿਸੇ ਭਗਤ ਨੂੰ ਪ੍ਰਤੱਖ ਦਰਸ਼ਨ ਦੇਣ ਦੀ ਯਾਦ ਵਿੱਚ ਬਣਾਇਆ ਗਿਆ ਹੈ। ਜਦੋਂ ਪ੍ਰਤੱਖ ਦਰਸ਼ਨ ਦਿੱਤੇ ਤਾਂ ਇੱਕ ਇੱਟ ਪਈ ਸੀ। ਭਗਵਾਨ ਜੀ ਇੱਟ ਤੇ ਹੀ ਬੈਠ ਗਏ। ਇਸੇ ਤਰ੍ਹਾਂ ਭਗਵਾਨ ਜੀ ਦੇ ਪ੍ਰੇਮੀਆਂ ਨੇ ਵਿਸ਼ਨੂੰ ਜੀ ਦੀ ਬਹੁਤ ਵੱਡੀ ਅਤੇ ਸੁੰਦਰ ਮੂਰਤੀ ਬਣਾ ਕੇ ਮੰਦਿਰ ਬਣਾਇਆ ਹੋਇਆ ਸੀ। ਨਾਮਦੇਵ ਜੀ ਦੇ ਮਾਤਾ ਪਿਤਾ ਜੀ ਵੀ ਇਸ ਮੰਦਿਰ ਵਿੱਚ ਆਇਆ ਕਰਦੇ ਸਨ ਤੇ ਨਾਮਦੇਵ ਜੀ ਵੀ ਨਾਲੇ ਹੀ ਜਾਇਆ ਕਰਦੇ ਸਨ।
ਬਚਪਨ ਵਿੱਚ ਤੋਤਲੀ ਮਿੱਠੀ ਜ਼ਬਾਨ ਨਾਲ ਬਾਲਕ ਨਾਮਦੇਵ ਜੀ ਆਪਣੇ ਮਾਤਾ ਪਿਤਾ ਜੀ ਨਾਲ ਸਰਗੁਣ ਉਪਾਸਨਾ ਪਰਮੇਸ਼ਰ ਦੀ ਕਰਿਆ ਕਰਦੇ। ਦਿਨ ਬ ਦਿਨ ਭਗਤੀ ਦੀ ਲਗਨ ਵੱਧਦੀ ਗਈ। ਕੁਝ ਕੁ ਵਡੇਰੀ ਉਮਰ ਹੋਈ ਤਾਂ ਨਾਮਦੇਵ ਜੀ ਦਾ ਗੋਬਿੰਦ ਸ਼ੇਟੀ ਦੀ ਪੁੱਤਰੀ ਰਾਜਾ ਬਾਈ ਨਾਲ ਵਿਆਹ ਹੋ ਗਿਆ। ਵਿਆਹੁਤਾ ਜੀਵਨ ਆਪ ਜੀ ਦੀ ਭਗਤੀ ਭਾਵਨਾ ਵਿੱਚ ਵਿਘਨ ਨਾ ਪਾ ਸਕਿਆ। ਇੱਕ ਦਿਨ ਨਾਮਦੇਵ ਜੀ ਦੇ ਪਿਤਾ ਕਿਤੇ ਬਾਹਰ ਕੰਮਕਾਰ ਵਾਸਤੇ ਚਲੇ ਗਏ ਅਤੇ ਠਾਕੁਰ ਦੀ ਪੂਜਾ ਅਤੇ ਦੁੱਧ ਛਕਾਉਣ ਦੀ ਸੇਵਾ ਨਾਮਦੇਵ ਜੀ ਨੂੰ ਸੌਂਪ ਗਏ। ਨਾਮਦੇਵ ਜੀ ਨੂੰ ਅਤਿਅੰਤ ਪ੍ਰਸੰਨਤਾ ਹੋਈ। ਭੋਲੇ ਭਾਲੇ ਸੁਭਾਅ ਵਿੱਚ ਹੀ ਨਾਮਦੇਵ ਜੀ ਨੇ ਸਵਖਤੇ ਉੱਠ ਇਸ਼ਨਾਨ ਕੀਤਾ। ਠਾਕੁਰ ਜੀ ਦਾ ਇਸ਼ਨਾਨ ਕਰਵਾਉਣ ਉਪਰੰਤ ਦੁੱਧ ਦਾ ਕਟੋਰਾ ਭਗਵਾਨ ਜੀ ਦੀ ਮੂਰਤੀ ਅੱਗੇ ਧਰ ਕੇ ਦੁੱਧ ਪੀਣ ਲਈ ਪਿਆਰ ਨਾਲ ਬੇਨਤੀ ਕੀਤੀ, ਪਰ ਠਾਕੁਰ ਜੀ ਨੇ ਦੁੱਧ ਨਾ ਪੀਤਾ। ਤਾਂ ਫਿਰ ਭਗਤ ਜੀ ਨੇ ਪਿਆਰ ਨਾਲ ਬੇਨਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਕਿ ਹੇ ਠਾਕੁਰ ਜੀ, ਜੇ ਤੁਸੀਂ ਮੇਰੇ ਕਹੇ ਦੁੱਧ ਨਾ ਪੀਓਗੇ ਤੇ ਪਿਤਾ ਜੀ ਮੇਰੇ ਨਾਲ ਨਾਰਾਜ਼ ਹੋ ਜਾਣਗੇ। ਅੱਗੋਂ ਪਿਤਾ ਜੀ ਤੋਂ ਤੁਸੀਂ ਹਰ ਰੋਜ਼ ਦੁੱਧ ਪੀਂਦੇ ਹੋ ਤੇ ਮੇਰੇ ਪਾਸੋਂ ਵੀ ਪੀ ਲਵੋ। ਇਸ ਤਰ੍ਹਾਂ ਪ੍ਰੇਮਾ ਭਗਤੀ ਵਿੱਚ ਨਿਸ਼ਕਪਟ ਹਿਰਦੇ ਵਿੱਚੋਂ ਨਿਕਲ ਰਹੀਆਂ ਪਿਆਰ ਭਰੀਆਂ ਬੇਨਤੀਆਂ, ਭਗਤ ਜੀ ਦਾ ਦ੍ਰਿੜ ਨਿਸ਼ਚਾ, ਇਹ ਸਾਰਾ ਕੁਝ ਵੇਖ ਕੇ ਪੱਥਰ ਦੀ ਮੂਰਤੀ ਜੋ ਕਦੇ ਹਿੱਲ ਵੀ ਨਹੀਂ ਸੀ ਸਕਦੀ, ਖਾਣਾ ਪੀਣਾ ਤੇ ਗੱਲ ਦੂਰ ਦੀ, ਉਸ ਮੂਰਤੀ ਵਿੱਚੋਂ ਭਗਵਾਨ ਜੀ ਨੇ ਸਾਖਿਆਤ ਰੂਪ ਵਿੱਚ ਦਰਸ਼ਨ ਦਿੱਤੇ ਅਤੇ ਦੁੱਧ ਪੀਤਾ। ਨਾਮਦੇਵ ਜੀ ਦੇ ਭੋਲੇਪਨ, ਲਗਨ ਅਤੇ ਸ਼ਰਧਾ ਉੱਪਰ ਭਗਵਾਨ ਜੀ ਹੱਸ ਪਏ। ਭਗਤ ਜੀ ਨੂੰ ਛੋਟੀ ਉਮਰ ਵਿੱਚ ਹੀ ਦਰਸ਼ਨ ਹੋ ਗਏ। ਭਗਤੀ ਮਾਰਗ ਵਿੱਚ ਨਾਮਦੇਵ ਜੀ ਨੂੰ ਪਹਿਲੀ ਸਫਲਤਾ ਪਰਮੇਸ਼ਰ ਨੇ ਬਖਸ਼ੀ। ਜਦੋਂ ਪਿਤਾ ਜੀ ਨੇ ਬਾਹਰੋਂ ਆ ਕੇ ਪੁੱਛਿਆ ਤਦ ਨਾਮਦੇਵ ਜੀ ਨੇ ਠਾਕੁਰ ਜੀ ਦੇ ਦੁੱਧ ਪੀਣ ਦਾ ਸਾਰਾ ਹਾਲ ਪਿਤਾ ਨੂੰ ਸੁਣਾਇਆ। ਨਾਮਦੇਵ ਦੇ ਪਿਤਾ ਜੀ ਵਿਰਾਗ ਵਿੱਚ ਆ ਗਿਆ ਤੇ ਆਖਿਆ, ਨਾਮਦੇਵ, ਮੇਰੇ ਸਾਹਮਣੇ ਭਗਵਾਨ ਜੀ ਨੂੰ ਦੁੱਧ ਪਿਲਾ ਤਾਂ ਜੋ ਤੇਰੇ ਪਿੱਛੇ ਮੈਨੂੰ ਵੀ ਦਰਸ਼ਨ ਹੋ ਜਾਣ, ਮੇਰਾ ਵੀ ਜਨਮ ਸਫਲਾ ਹੋ ਜਾਵੇ। ਮੈਂ ਤਾਂ ਬਾਕੀ ਪੁਜਾਰੀਆਂ ਵਾਂਗੂ ਸਿਰਫ ਇੱਕ ਉਂਗਲੀ ਦੁੱਧ ਨਾਲ ਭਿਉਂ ਕੇ ਠਾਕੁਰ ਜੀ ਨੂੰ ਭੋਗ ਲਵਾਉਂਦਾ ਰਿਹਾ, ਪਰ ਤੂੰ ਧੰਨ ਹੈ ਜਿਸ ਨੇ ਛੋਟੀ ਆਜੂ ਵਿੱਚ ਹੀ ਪਰਮੇਸ਼ਰ ਜੀ ਦੇ ਪ੍ਰਤੱਖ ਦਰਸ਼ਨ ਕਰ ਲਏ। ਪਿਤਾ ਜੀ ਦਾ ਹੁਕਮ ਮੰਨ ਕੇ ਦੂਜੇ ਦਿਨ ਫੇਰ ਨਾਮਦੇਵ ਜੀ ਨੇ ਦੁੱਧ ਦੀ ਕਟੋਰੀ ਭਰੀ, ਠਾਕੁਰ ਜੀ ਅੱਗੇ ਧਰ ਕੇ ਪਿਆਰ ਨਾਲ ਬੇਨਤੀਆਂ ਆਰੰਭ ਕਰ ਦਿੱਤੀਆਂ। ਸਾਰਾ ਦਿਨ ਲੰਘ ਗਿਆ। ਨਾਮਦੇਵ ਜੀ ਆਖਦੇ ਰਹੇ, ਪ੍ਰਭੂ ਜੀ, ਮੈਥੋਂ ਇਕੱਲੇ ਤੋਂ ਤਾਂ ਤੁਸੀਂ ਦੁੱਧ ਪੀ ਲਿਆ, ਪਰ ਪਿਤਾ ਜੀ ਦੇ ਸਾਹਮਣੇ ਵੀ ਦੁੱਧ ਪੀ ਲਵੋ ਤਾਂ ਜੋ ਪਿਤਾ ਜੀ ਨੂੰ ਵੀ ਦਰਸ਼ਨ ਹੋ ਸਕਣ ਅਤੇ ਪ੍ਰਤੀਤ ਆ ਜਾਵੇ। ਅੰਤ ਤਰਕਾਲਾਂ ਹੋ ਗਈਆਂ। ਪ੍ਰੇਮ ਵਸ ਹੋਏ ਨਾਮਦੇਵ ਜੀ ਜੋ ਸਵੇਰ ਤੋਂ ਠਾਕੁਰ ਜੀ ਦੇ ਅੱਗੇ ਹੱਥ ਜੋੜ ਮਿੰਨਤਾਂ ਤਰਲੇ ਕਰਦੇ ਅਰਦਾਸਾਂ ਕਰ ਰਹੇ ਸਨ। ਸੋ ਉਸ ਭਗਤੀ ਉੱਪਰ ਦਰਵ ਕੇ ਭਗਵਾਨ ਜੀ ਫਿਰ ਪ੍ਰਗਟ ਹੋਏ। ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਅੰਕਿਤ ਕੀਤਾ ਹੈ ਜੋ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1163 ਉੱਪਰ ਭੈਰੋਂ ਰਾਗ ਵਿੱਚ ਦਰਜ ਹੈ। ਦੂਧ ਕਟੋਰਾ ਗੜਵੈ ਪਾਣੀ, ਕਪ ਲਗਾਏ ਨਾਮੇ ਦੋਹਿਆਨੀ। दूध पियो गोबिंद राए, दूध पियो मेरे मन पतियाए। नहीं ता घर को बाप रिसाए, रहाओ सोइन कटोरी अमृत भरी। लैना मैं हर आगे धरी, एक भगत मेरे हिरदे बसै। नामे देख नारायण हसै, दूध पियाए भगत कर गया। नामे हर का दर्शन भया। इस दिन तो आप नूं नवें तो नवां रंग चढ़ना शुरू होया। यकीन बज गया, दृढ़ता प्रपक्क हो गई। ਪਰ ਭੋਲੇ ਭਾਵ ਵਿੱਚ ਨਾਮਦੇਵ ਜੀ ਬੀਠਲ ਨੂੰ ਮੰਦਰ ਵਿਚਲੀ ਬਣੀ ਮੂਰਤੀ ਵਿੱਚ ਹੀ ਸਮਝਦੇ। ਪਰ ਛੇਤੀ ਹੀ ਆਪ ਜੀ ਨੇ ਮਹਾਰਾਸ਼ਟਰ ਦੇ ਉਸ ਸਮੇਂ ਦੇ ਪ੍ਰਸਿੱਧ ਮਹਾਤਮਾ ਗਿਆਨੇਸ਼ਵਰ ਭਾਵ ਗਿਆਨਦੇਵ ਜੀ ਨੂੰ ਗੁਰੂ ਧਾਰਨ ਕਰ ਲਿਆ। ਗੁਰੂ ਦੀਖਿਆ ਪ੍ਰਾਪਤ ਕੀਤੀ। ਉਹਨਾਂ ਆਖਿਆ ਕਿ ਨਾਮਦੇਵ, ਜਿਸ ਭਗਵਾਨ ਨੂੰ ਤੂੰ ਬੀਠਲ ਕਰਕੇ ਯਾਦ ਕਰ ਰਿਹਾ ਹੈ, ਕੇਵਲ ਇਸ ਮੰਦਰ ਦੀ ਮੂਰਤੀ ਵਿੱਚ ਹੀ ਬੰਦ ਨਹੀਂ, ਇਹ ਭੁਲੇਖਾ ਦੂਰ ਕਰ ਦੇ। ਉਹ ਤਾਂ ਹਰ ਥਾਂ, ਹਰ ਪੱਤੇ, ਹਰ ਫੁੱਲ, ਹਰ ਜ਼ਰੇ ਜ਼ਰੇ ਵਿੱਚ, ਵਣ ਤ੍ਰਿਣ ਵਿੱਚ ਸਰਬ ਸ਼ਕਤੀਮਾਨ ਹੋ ਕੇ ਵਿਆਪ ਹੋ ਰਿਹਾ ਹੈ। ਜਿੱਥੇ ਵੀ ਜਾਵੋ ਪ੍ਰਭੂ ਜੀ ਅੰਗ ਸੰਗ ਹੀ ਰਹਿੰਦੇ ਨੇ। ਸਹਿਜੇ ਸਹਿਜੇ ਇਸ ਅਵਸਥਾ ਤੇ ਆਪ ਨੂੰ ਕਿੰਨਾ ਯਕੀਨ ਤੇ ਭਰੋਸਾ ਦ੍ਰਿੜ ਹੋ ਗਿਆ। ਉਸ ਦਾ ਵਰਣਨ ਆਸਾ ਰਾਗ ਵਿੱਚ ਭਗਤ ਨਾਮਦੇਵ ਜੀ ਨੇ ਇਉਂ ਕੀਤਾ ਹੈ। ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 485 ਉੱਪਰ ਸਾਡੀ ਅਗਵਾਈ ਕਰਦਾ ਹੈ। ਆਨੀ ਲੈ ਕੁੰਭ ਪਰਾਈ ਲੈ ਊਦਕ,
ठाकुर को स्नान करो। 42 लाख जी जल मह होते, बीठल भैला काए करो। जतर जाऊं तत बीठल भैला, महा आनंद करे सद केला। रहाओ आनी ले फूल, परोई ले माला, ठाकुर को हो पूज करो। पहले बास लई है भवरै, बीठल पहला काए करो। आनी ले दूध, रीधाई ले खीरं, ठाकुर को नैवेद करो। पहले दूध बिटारियो बशरै, बीठल पहला काए करो। ईबै बीठल ऊबै बीठल, बीठल बिन संसार नहीं, बीठल बिन संसार नहीं। थान थनंतर नामा प्रणवै, पूर रहयो तू सर्ब मही। ਭਗਤ ਜੀ ਦੇ ਜੀਵਨ ਵਿੱਚ ਪਰਮੇਸ਼ਰ ਜੀ ਦੀ ਬਖਸ਼ਿਸ਼ ਦੁਆਰਾ ਬੇਅੰਤ ਘਟਨਾਵਾਂ ਕੌਤਕ ਵਰਤੇ, ਜਿਨ੍ਹਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਆਪਾਂ ਇੱਥੇ ਵਾਚਦੇ ਹਾਂ। ਬਾਦਸ਼ਾਹ ਦੀ ਗਊ ਜਿਉਂਦੀ ਕਰਨੀ। ਸੰਤ ਗਿਆਨੇਸ਼ਵਰ ਜੀ ਦੀ ਸੰਤ ਮੰਡਲੀ ਨਾਲ ਨਾਮਦੇਵ ਜੀ ਵੀ ਤੀਰਥਾਂ ਦੀ ਯਾਤਰਾ ਕਰਨ ਤੁਰ ਪਏ। ਪ੍ਰਯਾਗ, ਕਾਂਚੀ, ਹਰਿਦੁਆਰ, ਮਥੁਰਾ ਆਦਿ ਤੀਰਥਾਂ ਤੋਂ ਹੁੰਦੇ ਦਿੱਲੀ ਪੁੱਜੇ। ਜਮਨਾ ਘਾਟ ਉੱਪਰ ਆਪ ਦਾ ਟਿਕਾਣਾ ਹੋਇਆ। ਹਿੰਦੂ, ਸੂਫੀ, ਮੁਸਲਮਾਨ ਸੰਤਾਂ ਦੇ ਦਰਸ਼ਨਾਂ ਨੂੰ ਆਉਣ ਲੱਗੇ। ਨਾਮਦੇਵ ਜੀ ਦੀਆਂ ਕਰਾਮਾਤਾਂ ਦੀ ਚਰਚਾ ਹੋਣ ਲੱਗੀ। ਸ਼ਹਿਰ ਹੁਮ ਹੁਮਾ ਕੇ ਦਰਸ਼ਨਾਂ ਲਈ ਆਇਆ। ਜਿੱਥੇ ਸ਼ਰਧਾਲੂਆਂ ਨੂੰ ਪ੍ਰੇਮਾ ਭਗਤੀ ਦੀ ਰੰਗਣ ਚੜੀ, ਉੱਥੇ ਈਰਖਾਲੂਆਂ ਅੰਦਰ ਈਰਖਾ ਦੀ ਅੱਗ ਵੀ ਭੜਕੀ। ਉਹਨਾਂ ਦਿੱਲੀ ਦੇ ਬਾਦਸ਼ਾਹ ਸੁਲਤਾਨ ਪਾਸ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਸਲਾਮਤ, ਵੇਖੋ ਇੱਕ ਹਿੰਦੂ ਖੁਦਾਈ ਬਾਤਾਂ ਕਰਦਾ ਹੈ, ਤੁਸੀਂ ਉਸ ਦਾ ਪਰਤਾਵਾ ਲੈਣਾ ਕਰੋ। ਤੁਹਾਡੀ ਗਊ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਜਿਸ ਦਾ ਮਿੱਠਾ ਦੁੱਧ ਪੀਂਦੇ ਸੀ, ਉਹ ਮਰ ਗਈ ਹੈ। ਨਾਮਦੇਵ ਨੂੰ ਆਖੋ ਕਿ ਗਊ ਹੀ ਜਿਉਂਦੀ ਕਰਦਾ। ਸੁਲਤਾਨ ਨੇ ਪਿਆਦੇ ਭੇਜ ਕੇ ਨਾਮਦੇਵ ਜੀ ਨੂੰ ਸੱਦ ਲਿਆ। ਆਖਿਆ ਕਿ ਨਾਮਦੇਵ, ਮੈਂ ਤੁਹਾਡੀ ਬਹੁਤ ਉਪਮਾ ਸੁਣੀ ਹੈ। ਮੇਰੀ ਗਊ ਮਰ ਚੁੱਕੀ ਹੈ, ਮੈਂ ਇਸ ਨੂੰ ਬਹੁਤ ਪਿਆਰ ਕਰਦਾ ਹਾਂ, ਇਸ ਦੇ ਦੁੱਧ ਪੀਤੇ ਬਿਨਾਂ ਰਹਿ ਨਹੀਂ ਸਕਦਾ। ਤੁਸੀਂ ਮੇਰੀ ਗਊ ਜਿਉਂਦੀ ਕਰੋ। ਜਾਂ ਤੇ ਗਊ ਜਿਉਂਦੀ ਕਰ ਦਿਓ, ਨਹੀਂ ਤਾਂ ਮੁਸਲਮਾਨ ਧਰਮ ਕਬੂਲ ਕਰ ਲਵੋ। ਜੇਕਰ ਦੋਵੇਂ ਸ਼ਰਤਾਂ ਮਨਜ਼ੂਰ ਨਹੀਂ ਤਾਂ ਆਪਣੇ ਆਪ ਨੂੰ ਮਰਿਆ ਸਮਝ। ਨਾਮਦੇਵ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ, ਕਿਹਾ ਸੁਲਤਾਨ, ਮਰੇ ਹੋਏ ਨੂੰ ਕੌਣ ਜਿਉਂਦਾ ਕਰ ਸਕਦਾ? ਉਹ ਜਿਉਂਦਾ ਕਰਨਾ ਜਾਂ ਮਾਰਨਾ ਤਾਂ ਖੁਦਾ ਦੇ ਵੱਸ ਹੈ। ਜੇਕਰ ਇਵੇਂ ਹੋ ਸਕਦਾ ਤਾਂ ਪੈਗੰਬਰ, ਔਲੀਏ, ਅਵਤਾਰ ਨਾ ਤਾਂ ਆਪ ਮਰਦੇ, ਨਾ ਆਪਣੀ ਉਮਤ ਨੂੰ, ਆਪਣੇ ਸੇਵਕਾਂ ਨੂੰ ਮਰਨ ਦਿੰਦੇ। ਬਾਕੀ ਹਿੰਦੂ ਮੁਸਲਮਾਨ ਵਿੱਚ ਕੋਈ ਫਰਕ ਨਹੀਂ। ਜਿਵੇਂ ਸੋਨੇ ਅਤੇ ਸੋਨੇ ਦੇ ਬਣੇ ਗਹਿਣਿਆਂ ਵਿੱਚ ਕੋਈ ਫਰਕ ਨਹੀਂ ਹੁੰਦਾ, ਕੇਵਲ ਨਾਮ ਵੱਖਰੇ ਨੇ, ਇਵੇਂ ਹੀ ਹਿੰਦੂ ਮੁਸਲਮਾਨ ਸਰੀਰਾਂ ਵਿੱਚ ਰੂਹ ਤਾਂ ਇੱਕੋ ਈਸ਼ਵਰ ਅੱਲਾ ਦੀ ਹੈ। ਸੂਰਜ ਦੀ ਨਿਆਈ ਇਹ ਜੋਤ ਨਾਸ਼ ਨਹੀਂ ਹੁੰਦੀ, ਸਿਰਫ ਸਰੀਰ ਹੀ ਨਾਸ਼ ਹੁੰਦਾ ਹੈ। ਸੋ ਗਊ ਨੂੰ ਜਿਉਂਦਾ ਕਰਨ ਦਾ ਕੰਮ ਮੇਰੇ ਤੋਂ ਨਹੀਂ ਹੋਣਾ, ਤੂੰ ਇਹ ਆਸ ਛੱਡ ਦੇ। ਉਪਰੋਕਤ ਸ਼ਬਦ ਉਚਾਰਨ ਪਿੱਛੋਂ ਨਾਮਦੇਵ ਜੀ ਕਿਸੇ ਰੱਬੀ ਰੰਗ ਵਿੱਚ ਮਸਤ ਹੋ ਕੇ ਬੈਠ ਗਏ। ਸੁਲਤਾਨ ਪਹਿਲਾਂ ਨਾਲੋਂ ਵੀ ਵਧੇਰੇ ਕ੍ਰੋਧ ਨਾਲ ਭਰ ਗਿਆ ਤੇ ਆਖਣ ਲੱਗਾ ਕਿ ਦੇਖ, ਹੋਰ ਲੋਕ ਮੈਥੋਂ ਡਰਦੇ ਮੈਨੂੰ ਸਲਾਮਾਂ ਕਰਦੇ ਨੇ, ਪਰ ਇਸ ਹਿੰਦੂ ਨੇ ਤਾਂ ਮੇਰਾ ਮਾਣ ਹੀ ਦਲਮਲ ਦਿੱਤਾ। ਕੁਝ ਹਿੰਦੂਆਂ ਨੇ ਇਕੱਠੇ ਹੋ ਕੇ ਸੁਲਤਾਨ ਨੂੰ ਆਖਿਆ ਕਿ ਸੁਲਤਾਨ ਜੀ, ਤੁਸੀਂ ਇਸ ਭਗਤ ਨੂੰ ਛੱਡ ਦੇਵੋ, ਸਾਡੇ ਪਾਸੋਂ ਮੂੰਹ ਮੰਗਿਆ ਧਨ ਲੈ ਲਓ। ਪਰ ਇਹ ਗੱਲ ਵੀ ਸੁਲਤਾਨ ਨੇ ਇਹ ਕਹਿ ਕੇ ਠੁਕਰਾ ਦਿੱਤੀ ਕਿ ਜੇਕਰ ਮੈਂ ਧਨ ਲਵਾਂਗਾ ਤਾਂ ਦੋਜ਼ਖ ਵਿੱਚ ਪਾਵਾਂਗਾ, ਤੇ ਜੇਕਰ ਨਾਮਦੇਵ ਨੂੰ ਛੱਡ ਦਿੱਤਾ ਤੇ ਲੋਕਾਂ ਨੇ ਮੈਨੂੰ ਬੇਈਮਾਨ ਆਖਣਾ। ਮੌਤ ਦੀ ਸਜ਼ਾ ਬਾਰੇ ਜਦ ਨਾਮਦੇਵ ਜੀ ਦੀ ਮਾਤਾ ਨੇ ਸੁਣਿਆ ਤਦ ਨਾਮਦੇਵ ਜੀ ਨੂੰ ਆਖਣ ਲੱਗੇ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ। ਪਰ ਨਾਮਦੇਵ ਜੀ ਨੇ ਸਪਸ਼ਟ ਕੀਤਾ ਕਿ ਮਾਤਾ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਮੈਂ ਰਾਮ ਨਾਮ ਦਾ ਜਾਪ ਛੱਡ ਨਹੀਂ ਸਕਦਾ। ਇਹ ਸੁਣ ਕੇ ਮਾਤਾ ਵੀ ਚੁੱਪ ਕਰ ਗਈ। ਸੁਲਤਾਨ ਵੱਲੋਂ ਹੁਕਮ ਮਿਲਦਿਆਂ ਨਾਮਦੇਵ ਜੀ ਨੂੰ ਬੰਨ੍ਹ ਦਿੱਤਾ ਗਿਆ, ਸਿਪਾਹੀਆਂ ਦਾ ਪਹਿਰਾ ਲਾ ਦਿੱਤਾ। ਲੋਕ ਸੋਚ ਰਹੇ ਸਨ ਕਿ ਹੁਣ ਭਗਤ ਨਾਮਦੇਵ ਜੀ ਦਾ ਅੰਤਮ ਸਮਾਂ ਆ ਗਿਆ ਹੈ, ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਨਾਮਦੇਵ ਜੀ ਪ੍ਰਭੂ ਪਰਮੇਸ਼ਰ ਦੀ ਬੰਦਗੀ ਵਿੱਚ ਮਗਨ ਰਹੇ। ਹੱਥ ਪੈਰ ਬੰਨ੍ਹ ਕੇ ਹਾਥੀ ਦੇ ਮੋਹਰੇ ਸੁੱਟ ਦਿੱਤਾ ਗਿਆ। ਹਾਥੀ ਨੇ ਕਈ ਵਾਰ ਕੀਤੇ, ਪਰ ਅਕਾਲ ਪੁਰਖ ਜੀ ਨੇ
ਪਰਮੇਸ਼ਰ ਜੀ ਨੇ ਆਪਣੇ ਪਿਆਰੇ ਭਗਤ ਦੀ ਰੱਖਿਆ ਕੀਤੀ। ਅੰਤ ਸੁਲਤਾਨ ਭਗਤ ਜੀ ਨੂੰ ਆਖਣ ਲੱਗਾ ਕਿ ਨਾਮਦੇਵ, ਤੈਨੂੰ 7 ਘੜੀਆਂ ਦੀ ਮੋਹਲਤ ਦਿੱਤੀ ਜਾਂਦੀ ਹੈ। ਜੇ ਇੰਨੇ ਸਮੇਂ ਵਿੱਚ ਤੂੰ ਮੇਰੀ ਗਊ ਜਿਉਂਦੀ ਕਰ ਦਿੱਤੀ ਤਾਂ ਠੀਕ ਹੈ, ਨਹੀਂ ਤਾਂ ਤੇਰਾ ਕਤਲ ਕਰ ਦਿੱਤਾ ਜਾਵੇਗਾ। ਭਗਤ ਨਾਮਦੇਵ ਜੀ ਦੇ ਕਤਲ ਦਾ ਹੁਕਮ ਮਿਲਦਿਆਂ ਸਭ ਨਗਰ ਨਿਵਾਸੀ ਭਾਰੀ ਸੋਗ ਵਿੱਚ ਗੁੰਮ ਹੋ ਗਏ। 7 ਘੜੀਆਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਭਗਵਾਨ ਜੀ ਗਰੁੜ ਤੇ ਚੜ੍ਹ ਕੇ ਆ ਪ੍ਰਗਟ ਹੋਏ, ਜਿਸ ਦਾ ਇਸ਼ਾਰਾ ਭਗਤ ਨਾਮਦੇਵ ਜੀ ਨੇ ਦਿੱਤਾ ਹੈ। ਪਖੰਤਨ ਬਾਜ ਬਜਾਏਲਾ, ਗਰੁੜ ਚੜ੍ਹੇ ਗੋਬਿੰਦ ਆਏਲਾ। ਅਤੇ ਨਾਮਦੇਵ ਜੀ ਨੂੰ ਆਖਣ ਲੱਗੇ ਕਿ ਨਾਮਦੇਵ, ਜੇਕਰ ਤੂੰ ਕਹੇ ਤਾਂ ਧਰਤੀ ਪੁੱਠੀ ਕਰ ਦਿਆਂ, ਸੁਲਤਾਨ ਨੂੰ ਮਾਰ ਦਿਆਂ, ਸ਼ਹਿਰ ਤਬਾਹ ਕਰ ਦਿਆਂ। ਪਰ ਨਾਮਦੇਵ ਜੀ ਨੇ ਆਖਿਆ ਕਿ ਪਰਮੇਸ਼ਰ ਭਗਵਾਨ ਜੀ, ਸਭ ਜੀ ਜੰਤ ਤਾਂ ਆਪ ਜੀ ਦੇ ਸਾਜੇ ਨੇ, ਇਹਨਾਂ ਨੂੰ ਕਸ਼ਟ ਦੇਣ ਦੀ ਤਾਂ ਤੁਸੀਂ ਗਊ ਹੀ ਜਿਉਂਦੀ ਕਰ ਦਿਓ। ਭਗਵਾਨ ਜੀ ਮੁਸਕਰਾ ਪਏ। ਨਾਮਦੇਵ ਦੇ ਸਾਰੇ ਬੰਧਨ ਕੱਢ ਦਿੱਤੇ, ਜੱਫੀ ਵਿੱਚ ਲੈ ਕੇ ਮੱਥਾ ਚੁੰਮਿਆ, ਅਨੇਕਾਂ ਵਰ ਦਿੱਤੇ, ਮਰੀ ਹੋਈ ਗਊ ਜਿਉਂਦੀ ਕਰ ਦਿੱਤੀ। ਗਊ ਦਾ ਦੁੱਧ ਚੁੱਕ ਕੇ ਸੁਲਤਾਨ ਦੇ ਅੱਗੇ ਧਰ ਦਿੱਤਾ। ਸੁਲਤਾਨ ਜਿਉਂਦੀ ਗਊ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਇਆ। ਜਦੋਂ ਬਾਦਸ਼ਾਹ ਉਧਰ ਮਹਿਲਾਂ ਵਿੱਚ ਪੁੱਜਾ ਤਾਂ ਉਸ ਦੇ ਪੇਟ ਵਿੱਚ ਦਰਦ ਹੋਣ ਲੱਗ ਪਿਆ। ਅਤ ਕਸ਼ਟ ਵਿੱਚ ਬਾਦਸ਼ਾਹ ਆਪਣੇ ਅਹਿਲਕਾਰਾਂ ਸਮੇਤ ਭਗਤ ਨਾਮਦੇਵ ਜੀ ਪਾਸ ਪੁੱਜਾ। ਨਮਸਕਾਰ ਕਰਕੇ ਮੁਆਫੀ ਮੰਗੀ ਕਿ ਮੈਂ ਭੁੱਲ ਗਿਆ, ਕਿਰਪਾ ਕਰੋ ਮੈਨੂੰ ਬਖਸ਼ ਦੇਵੋ। ਨਾਮਦੇਵ ਜੀ ਨੇ ਰਾਜੇ ਸਮੇਤ ਅਹਿਲਕਾਰਾਂ ਨੂੰ ਮੁਆਫ ਕਰ ਦਿੱਤਾ ਤੇ ਉਪਦੇਸ਼ ਦਿੱਤਾ ਕਿ ਰਾਜਨ, ਅੱਗੇ ਵਾਸਤੇ ਸਤ ਧਰਮ ਦੇ ਰਸਤੇ ਚੱਲਣਾ, ਐਵੇਂ ਕਿਸੇ ਨੂੰ ਖਾਹ ਮਖਾ ਤੰਗ ਨਾ ਕਰਨਾ। ਸੁਲਤਾਨ ਮੁਹੰਮਦ ਤੁਗਲਕ ਨੇ ਅੱਗੇ ਆਖਿਆ ਕਿ ਮੇਰੇ ਪਾਸੋਂ ਧਨ, ਗ੍ਰਾਮ, ਹਾਥੀ, ਘੋੜੇ, ਪਾਲਕੀ ਲੈ ਲਵੋ ਤਾਂ ਜੋ ਮੇਰਾ ਵੀ ਉਧਾਰ ਹੋ ਸਕੇ। ਆਪ ਨੂੰ ਮੈਂ ਦਸ਼ਨਾ ਦੇਣੀ ਚਾਹੁੰਦਾ। ਪਰ ਭਗਤ ਨਾਮਦੇਵ ਜੀ ਨੇ ਆਖਿਆ ਕਿ ਮੈਨੂੰ ਕਿਸੇ ਦੁਨਿਆਵੀ ਪਦਾਰਥ ਦੀ ਰਾਜਨ ਕੋਈ ਲੋੜ ਨਹੀਂ। ਪਰ ਸੁਲਤਾਨ ਨੇ ਬਦੋ-ਬਦੀ ਇੱਕ ਪਲੰਗ ਸਵਰਨ ਮਣੀਆਂ ਨਾਲ ਜੜਿਆ ਹੋਇਆ ਭੇਟਾ ਕਰ ਦਿੱਤਾ। ਨਾਮਦੇਵ ਜੀ ਨੇ ਉਹ ਪਲੰਗ ਚੱਕ ਕੇ ਦਰਿਆ ਵਿੱਚ ਸੁਟਵਾ ਦਿੱਤਾ। ਨੌਕਰਾਂ ਨੇ ਸਾਰਾ ਕੌਤਕ ਸੁਲਤਾਨ ਨੂੰ ਆ ਦੱਸਿਆ ਕਿ ਤੁਹਾਡੇ ਪਲੰਗ ਦੀ ਨਾਮਦੇਵ ਨੇ ਕੋਈ ਕਦਰ ਹੀ ਨਹੀਂ ਪਾਈ ਅਤੇ ਦਰਿਆ ਵਿੱਚ ਛੱਡ ਦਿੱਤਾ। ਸੁਲਤਾਨ ਭਾਵੇਂ ਪਹਿਲਾਂ ਪਰਤਾਵਾ ਦੇਖ ਚੁੱਕਾ ਸੀ, ਪਰ ਗਿਆਨ ਰੂਪੀ ਨੇਤਰਾਂ ਤੋਂ ਸਖਣਾ ਸੀ। ਜਾ ਕੇ ਨਾਮਦੇਵ ਜੀ ਨੂੰ ਆਖਣ ਲੱਗਾ ਕਿ ਭਗਤ ਜੀ, ਮੇਰਾ ਬਾਲਕ ਬਹੁਤ ਅੜੀ ਕਰਦਾ, ਉਹ ਉਹੋ ਹੀ ਪਲੰਗ ਮੰਗਦਾ ਜਿਹੜਾ ਮੈਂ ਆਪ ਜੀ ਦੀ ਭੇਟਾ ਕੀਤਾ ਹੈ। ਨਾਮਦੇਵ ਜੀ ਰਾਜੇ ਨੂੰ ਦਰਿਆ ਦੇ ਕੰਢੇ ਲੈ ਗਏ ਤੇ ਆਖਣ ਲੱਗੇ ਕਿ ਜਾ ਦਰਿਆ ਵਿੱਚੋਂ ਆਪਣਾ ਪਲੰਗ ਕਢਵਾ ਲੈ। ਸੁਲਤਾਨ ਨੇ ਆਪਣੇ ਚੋਬੇ ਮੰਗਵਾ ਕੇ ਨਦੀ ਵਿੱਚੋਂ ਪਲੰਗ ਕੱਢਣ ਲਈ ਹੁਕਮ ਕੀਤਾ। ਜਦੋਂ ਚੋਬਿਆਂ ਨੇ ਦਰਿਆ ਵਿੱਚ ਟੁੱਬੀ ਮਾਰੀ ਤਾਂ ਉਹਨਾਂ ਦੇ ਹੱਥ ਇੱਕ ਪਲੰਗ ਆ ਗਿਆ। ਜਦੋਂ ਉਹਨਾਂ ਨੇ ਬਾਹਰ ਕੱਢਿਆ ਤਦ ਉਸ ਪਲੰਗ ਦੇ ਉਹੋ ਜਿਹੇ ਰੂਪ ਵਿੱਚ ਅਨੇਕਾਂ ਪਲੰਗ ਹੋਰ ਨਿਕਲੇ। ਜਦੋਂ ਸਾਰੇ ਬਾਹਰ ਆਏ ਤਾਂ ਦੇਖਦੇ ਦੇਖਦੇ ਸਵਾਏ ਇੱਕ ਪਲੰਗ ਦੇ ਬਾਕੀ ਪਾਣੀ ਰੂਪ ਵਿੱਚ ਹੋ ਕੇ ਨਦੀ ਵਿੱਚ ਵਹਿ ਗਏ। ਸੁਲਤਾਨ ਇਹ ਕੌਤਕ ਵੇਖ ਕੇ ਹੈਰਾਨ ਹੋ ਗਿਆ ਤੇ ਕਾਰਨ ਪੁੱਛਿਆ ਤਾਂ ਭਗਤ ਜੀ ਨੇ ਕਿਹਾ, ਸੁਲਤਾਨ, ਇਹ ਪਲੰਗ ਤੈਨੂੰ ਇਸ ਦਾਨ ਕੀਤੇ ਪਲੰਗ ਦੇ ਇਵਜ਼ਾਨੇ ਵਜੋਂ ਮਿਲਣੇ ਸਨ, ਪਰ ਤੇਰੀ ਬੇਪਰਤੀਤੀ ਤੇ ਕਾਹਲੀ ਕਾਰਨ ਤੇਰਾ ਕੀਤਾ ਹੋਇਆ ਦਾਨ ਪੂਰਨ ਰੂਪ ਵਿੱਚ ਫਲੀਭੂਤ ਨਹੀਂ ਹੋ ਸਕਿਆ। ਕੇਵਲ ਇੱਕ ਦਾ ਇੱਕ ਪਲੰਗ ਰਹਿ ਗਿਆ। ਇਸ ਕੌਤਕ ਨੂੰ ਵੇਖ ਕੇ ਸੁਲਤਾਨ ਦਾ ਹੰਕਾਰ ਟੁੱਟ ਗਿਆ। ਗਲ ਵਿੱਚ ਪੱਲਾ ਪਾ ਕੇ ਨਿਮਰਤਾ ਪੂਰਵਕ ਬੇਨਤੀ ਕਰਨ ਲੱਗਾ ਕਿ ਮੈਂ ਗਿਆਨ ਤੋਂ ਸਖਣਾ ਹਾਂ, ਗਿਆਨ ਤੋਂ ਹੀਣਾ ਹਾਂ, ਕਿਰਪਾ ਕਰੋ ਮੇਰੇ ਇਸ ਅਪਰਾਧ ਦੀ ਮੁਆਫੀ ਦਿਓ। ਮੈਂ ਮਾਇਆ ਤੇ ਵਿਸ਼ੇ ਵਿਕਾਰਾਂ ਵਿੱਚ ਫਸਿਆ ਹੋਣ ਕਰਕੇ ਆਪ ਜੀ ਦੀ ਸਾਰ ਨਾ ਕਰ ਸਕਿਆ, ਮੈਂ ਆਪ ਜੀ ਨੂੰ ਸਮਝ ਨਾ ਸਕਿਆ, ਮੈਨੂੰ ਖਿਮਾ ਕਰ ਦਿਓ। ਨਾਮਦੇਵ ਜੀ ਨੇ ਆਖਿਆ ਕਿ ਸੁਲਤਾਨ ਸੁਣ, ਅੱਗੋਂ ਵਾਸਤੇ ਕਿਸੇ ਮਹਾਤਮਾ, ਸੰਤ, ਫਕੀਰ, ਪ੍ਰਭੂ ਪਿਆਰੇ ਨੂੰ ਤੰਗ ਨਾ ਕਰੀ। ਦੂਜੇ ਸਾਨੂੰ ਮੁੜ ਕੇ ਬੁਲਾਉਣਾ ਨਹੀਂ। ਜੇਕਰ ਕੋਈ ਸ਼ੰਕਾ ਹੈ ਤਾਂ ਹੁਣੇ ਹੀ ਕੱਢ ਲੈ। ਸੁਲਤਾਨ ਭਗਤ ਜੀ ਦੇ ਬਚਨ ਸਤ ਕਰਕੇ ਮੰਨ ਗਿਆ। ਅੱਗੋਂ ਵਾਸਤੇ ਪ੍ਰਭੂ ਦੀ ਭਗਤੀ ਕਰਨ ਲੱਗਾ। ਨਾਮਦੇਵ ਜੀ ਨੇ ਇਹ ਵਾਰਤਾ ਆਪਣੀ ਪਵਿੱਤਰ ਬਾਣੀ ਵਿੱਚ ਅੰਕਿਤ ਕੀਤੀ ਹੈ, ਜੋ ਭੈਰੋਂ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1165 ਉੱਪਰ ਅੰਕਿਤ ਹੈ ਕਿ ਸੁਲਤਾਨ ਪੁੱਛੈ ਸੁਣਬੇ ਨਾਮਾ, ਦੇਖੋ ਰਾਮ ਤੁਮਾਰੇ ਕੰਮ। ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ। ਰਹਾਓ ਬਿਸਮਿਲ ਗਊ ਦੇਹੋ ਜੀਵਾਏ, ਨਾਤਰ ਗਰਦਨ ਮਾਰੋਂ ਠਾਏ। ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਬਾਦਸ਼ਾਹ ਚੜਿਓ ਅਹੰਕਾਰ, ਗਜ ਹਸਤੀ ਦੀਨੋ ਚਮਕਾਰ। ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ। ਪਿੰਡ ਪੜੈ ਤੋ ਹਰ ਗੁਣ ਗਾਏ। ਕਰੈ ਗਜਿੰਦ ਸੁੰਡ ਕੀ ਚੋਟ,
ਨਾਮਾ ਉਬਰੈ ਹਰ ਕੀ ਓਟ, ਕਾਜੀ ਮੁੱਲਾ ਕਰੈ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਨ। ਬਾਦਸ਼ਾਹ ਬੇਨਤੀ ਸੁਨਹੁ, ਨਾਮੇ ਸਰ ਪਰ ਸੋਨਾ ਲੇਹੁ, ਮਾਲ ਲਿਓ ਤੋਂ ਦੋਜਕ ਪਰੋਂ, ਦੀਨ ਛੋੜ ਦੁਨੀਆ ਕਉ ਭਰੋਂ। ਪਾਵੋਂ ਬੇੜੀ ਹਾਥੋਂ ਤਾਲ, ਨਾਮਾ ਗਾਵੈ ਗੁਣ ਗੋਪਾਲ। ਗੰਗ ਜਮਨ ਜੋ ਉਲਟੀ ਬਹੈ, ਤਉ ਨਾਮਾ ਹਰ ਕਰਤਾ ਰਹੈ। ਸਾਤ ਘੜੀ ਜਬ ਬੀਤੀ ਸੁਣੀ, ਅਜਹੁ ਨ ਆਇਓ ਤ੍ਰਿਭਵਨ ਧਣੀ। ਭਾਖੰਤਨ ਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੁੜ ਚੜੇ ਆਏ ਗੋਪਾਲ। ਪਰਮੇਸ਼ਰ ਜੀ ਨੇ ਹੋ ਕੇ ਨਾਮਦੇਵ ਜੀ ਦੇ ਸਨਮੁਖ ਕੀ ਆਖਿਆ? ਕਹੇ ਤਾਂ ਧਰਨ ਕੋਡੀ ਕਰੋ, ਕਹੇ ਤਾਂ ਲੈ ਕਰ ਉਪਰ ਧਰੋ। ਕਹੇ ਤਾਂ ਮੋਈ ਗਊ ਦਿਉ ਜਿਆਏ, ਸਭ ਕੋਈ ਦੇਖੈ ਪਤਿਆਏ। ਨਾਮਾ ਪ੍ਰਣਵੈ ਸੇਲ ਮਸੇਲ, ਗਊ ਦੁਹਾਈ ਬਸ਼ਰਾ ਮੇਲ। ਦੂਧੈ ਦੁਹੇ ਜਬ ਮਟਕੀ ਭਰੀ, ਲੈ ਬਾਦਸ਼ਾਹ ਕੇ ਆਗੇ ਧਰੀ। ਉਧਰ ਬਾਦਸ਼ਾਹ ਦੀ ਹਾਲਤ, ਬਾਦਸ਼ਾਹ ਮਹਿਲ ਮੈਂ ਜਾਏ, ਔ ਕਟ ਕੀ ਕਟ ਲਾਗੀ ਆਏ। ਕਾਜੀ ਮੁੱਲਾ ਬਿਨਤੀ ਫਰਮਾਏ, ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਭਗਤ ਜੀ ਨੇ ਬਾਦਸ਼ਾਹ ਨੂੰ ਉਪਦੇਸ਼ ਦਿੱਤਾ ਕਿ ਨਾਮਾ ਕਹੈ ਸੁਨੋ ਬਾਦਸ਼ਾਹ, ਇਹ ਕਿਛ ਪਤਿਆ ਮੁਝੇ ਦਿਖਾਏ। ਇਸ ਪਤਿਆ ਕਾ ਇਹ ਪ੍ਰਵਾਨ, ਸਾਚ ਸੀਲ ਚਾਲੋ ਸੁਲਤਾਨ। ਨਾਮ ਦਿਓ ਸਭ ਰਹਾ ਸਮਾਏ, ਮਿਲ ਹਿੰਦੂ ਸਭ ਨਾਮੇ ਪੈ ਜਾਏ। ਜੋ ਅਬ ਕੀ ਬਾਰ ਨ ਜੀਵੈ ਗਾਏ, ਤਾਂ ਨਾਮ ਦੇਵ ਕਾ ਪਤਿਆ ਜਾਏ। ਨਾਮੇ ਕੀ ਕੀਰਤ ਰਹੀ ਸੰਸਾਰ, ਭਗਤ ਜਨਾ ਲੈ ਉਦਰਿਆ ਪਾਰ। ਸਗਲ ਕਲੇਸ਼ ਨਿੰਦਕ ਭਇਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਭਗਤ ਜੀ ਦੇ ਜੀਵਨ ਵਿੱਚ ਇੱਕ ਹੋਰ ਗਾਥਾ ਹੁੰਦੀ ਹੈ, ਜਿਸ ਵਿੱਚ ਭਗਤ ਜੀ ਨੇ ਮੁਗਲ ਰੂਪ ਵਿੱਚ ਆਏ ਹੋਏ ਭਗਵਾਨ ਨੂੰ ਪਹਿਚਾਣ ਕੇ ਉਸ ਨਾਲ ਵਾਰਤਾਲਾਪ ਕਿਵੇਂ ਕੀਤੀ। ਯਾਤਰਾ ਕਰਦਿਆਂ ਸਾਰੀ ਸੰਤ ਮੰਡਲੀ ਦਵਾਰਕਾ ਪੁੱਜੀ। ਅਚਾਨਕ ਪ੍ਰਭੂ ਸਿਮਰਨ ਵਿੱਚ ਮਗਨ ਹੋਏ ਭਗਤ ਨਾਮਦੇਵ ਜੀ ਬਾਕੀ ਸੰਤ ਮੰਡਲੀ ਨਾਲੋਂ ਵਿਛੜ ਗਏ। ਨਾਮਦੇਵ ਜੀ ਨੂੰ ਜੰਗਲ ਵਿੱਚ ਇੱਕ ਪਠਾਨ ਮਿਲਿਆ। ਉਸ ਪਠਾਨ ਜੋ ਅਫਗਾਨੀ ਦੇ ਰੂਪ ਵਿੱਚ ਸੀ ਨੇ ਨਾਮਦੇਵ ਜੀ ਦੀ ਡਾਂਟ ਡਪਟ ਕੀਤੀ। ਆਪਣੀ ਘੋੜੀ ਦੀ ਵਛੇਰੀ ਚੁਕਵਾ ਕੇ ਭਗਤ ਜੀ ਦੇ ਮੋਢਿਆਂ ਤੇ ਰਖਾ ਕੇ ਨਾਲ ਤੋਰ ਲਿਆ। ਨਾਮਦੇਵ ਜੀ ਨੇ ਪਠਾਨ ਪਾਸੋਂ ਪੁੱਛਿਆ ਕਿ ਆਪ ਰਹਿੰਦੇ ਕਿੱਥੇ ਹੋ ਜੀ? ਪਠਾਨ ਨੇ ਉੱਤਰ ਦਿੱਤਾ ਕਿ ਦਵਾਰਕਾ ਨਗਰੀ 'ਚ ਮੈਂ ਰਹਿੰਦਾ। ਨਾਮਦੇਵ ਜੀ ਨੇ ਆਖਿਆ ਕਿ ਪਠਾਨਾਂ ਦਾ ਦਵਾਰਕਾ ਨਗਰੀ ਵਿੱਚ ਰਹਿਣਾ ਇਹ ਤਾਂ ਅਸੰਭਵ ਹੈ ਜੀ। ਆਪ ਤਾਂ ਭਗਵਾਨ ਹੋ, ਤੁਸੀਂ ਪਠਾਨ ਦਾ ਭੇਖ ਧਾਰਨ ਕੀਤਾ ਹੋਇਆ ਹੈ, ਮੈਂ ਤੁਹਾਨੂੰ ਪਛਾਣ ਲਿਆ ਹੈ, ਤੁਸੀਂ ਪ੍ਰਭੂ ਜੀ ਹੋ। ਭਗਵਾਨ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ। ਭਗਤ ਜੀ ਦੀ ਇਸ ਪਿਆਰ ਭਰੀ ਭਾਵਨਾ ਨੂੰ ਭਾਗ ਲਾਏ ਅਤੇ ਗਲੇ ਨਾਲ ਲਾਇਆ। ਨਾਮਦੇਵ ਜੀ ਭਗਵਾਨ ਜੀ ਦੇ ਅਲੌਕਿਕ ਦਰਸ਼ਨਾਂ ਤੋਂ ਪ੍ਰਸੰਨ ਹੋਏ ਅਤੇ ਆਪਣੀ ਬਾਣੀ ਵਿੱਚ ਇਸ ਘਟਨਾ ਦਾ ਇਸ਼ਾਰਾ ਇਵੇਂ ਕੀਤਾ ਜੋ ਤਲੰਗ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 727 ਉੱਪਰ ਦਰਜ ਹੈ। ਹੱਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਉ ਹਉ ਬਲ ਬਲ ਜਾਉ, ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਓ। ਕੁਜਾ ਆਮਦ ਕੁਜਾ ਰਫਤੀ ਕੁਜਾ ਮੇਂ ਰਵਈ, ਦਵਾਰਕਾ ਨਗਰੀ ਰਾਸ ਬੁਗੋਈ। ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਚੰਦੀ ਹਜ਼ਾਰ ਆਲਮ ਏਕਲ ਖਾਨਾ, ਹਮ ਚਿਨੀ ਪਾਤਸ਼ਾਹ ਸਾਂਵਲੇ ਬਰਨਾ। ਆਸਪਤ ਗਜਪਤ ਨਰਹਿ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ। ਕਿਹੜੀਆਂ ਕਿਹੜੀਆਂ ਗਾਥਾਵਾਂ ਦਾ ਕੌਤਕਾਂ ਦਾ ਜ਼ਿਕਰ ਕਰੀਏ। ਇੱਕ ਸਮੇਂ ਯਾਤਰਾ ਕਰਦੀ ਭਗਤ ਮੰਡਲੀ ਬੀਕਾਨੇਰ ਦੇ ਇਲਾਕੇ ਵਿੱਚ ਪੁੱਜੀ। ਸੂਰਜ ਦੀ ਤਪਸ਼ ਨਾਲ ਅਸਮਾਨ, ਵਾਯੂ ਮੰਡਲ ਤੇ ਧਰਤੀ ਇੱਕ ਜਲਦੇ ਹੋਏ ਭੱਠੇ ਵਾਂਗੂ ਤਪ ਰਹੇ ਸਨ। ਸੰਤ ਮੰਡਲੀ ਇੱਕ ਅਸਥਾਨ ਤੇ ਕੁਝ ਝਾੜੀਆਂ ਦੀ ਛਾਵੇਂ ਬੈਠ ਗਈ। ਉੱਥੋਂ ਦੇ ਵਸਨੀਕਾਂ ਪਾਸੋਂ ਆਪਣੀ ਪਿਆਸ ਬੁਝਾਉਣ ਲਈ ਪਾਣੀ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ। ਰਾਜਸਥਾਨ ਦੇ ਉਸ ਨਗਰ ਦੇ ਲੋਕਾਂ ਨੇ ਦੱਸਿਆ ਕਿ ਇੱਕ ਖੂਹ ਤਾਂ ਹੈ, ਪਰ ਉਸ ਵਿੱਚ ਪ੍ਰੇਤ ਰਹਿੰਦਾ ਹੈ।
ਬਾਕੀ ਸੰਤ ਮੰਡਲੀ ਨੇ ਉੱਥੋਂ ਪਾਣੀ ਲਿਆਉਣ ਦਾ ਹੌਸਲਾ ਨਾ ਕੀਤਾ, ਪਰ ਨਾਮਦੇਵ ਜੀ ਸੰਗਤ ਨੂੰ ਪਿਆਸੀ ਵੇਖ ਕੇ ਗਾਗਰ ਲੈ ਕੇ ਉਸ ਖੂਹ ਤੇ ਪਾਣੀ ਲੈਣ ਚਲੇ ਗਏ। ਪ੍ਰੇਤ ਤੋਂ ਡਰਦੇ ਹੋਏ ਲੋਕ ਖੂਹ ਤੋਂ ਬਹੁਤ ਵਰ੍ਹਿਆਂ ਪਹਿਲਾਂ ਹੀ ਪਾਣੀ ਭਰਨੋਂ ਹਟ ਗਏ ਸਨ। ਉਸ ਖੂਹ ਵਿੱਚ ਪਾਣੀ ਬਹੁਤ ਥੋੜਾ ਸੀ। ਖੂਹ ਤੋਂ ਉਰੇ ਹੀ ਮਹਾ ਭਿਆਨਕ ਵਿਕਰਾਲ ਰੂਪ, ਡਰਾਉਣੀਆਂ ਅੱਖਾਂ, ਤਾਂਬੇ ਵਰਗਾ ਸਿਰ, ਲੰਬੀ ਜੀਭ, ਵੱਡੇ ਵੱਡੇ ਹੱਥ ਪੈਰ, ਕੁਚੀਲ ਕਰੂਪ ਸਰੂਪ ਧਾਰ ਕੇ ਪ੍ਰੇਤ ਨੇ ਨਾਮਦੇਵ ਜੀ ਨੂੰ ਡਰਾਇਆ। ਪਰ ਨਾਮਦੇਵ ਜੀ ਬਿਲਕੁਲ ਚੁੱਪ ਅਤੇ ਅਡੋਲ ਰਹੇ ਤੇ ਟੁਰਦੇ ਗਏ। ਜਦੋਂ ਖੂਹ ਤੇ ਪੁੱਜੇ ਤਾਂ ਪਾਣੀ ਬਿਲਕੁਲ ਘੱਟ। ਪ੍ਰੇਤ ਵੀ ਮੁੜ ਭਗਤ ਜੀ ਨੂੰ ਅੱਗੋਂ ਹੋ ਕੇ ਘੇਰੀ ਜਾ ਰਿਹਾ ਸੀ। ਸੋ ਨਾਮਦੇਵ ਜੀ ਪ੍ਰੇਤ ਦੀ ਮੁਕਤੀ ਵਾਸਤੇ ਤੇ ਖੂਹ ਵਿੱਚ ਵਧੇਰੇ ਪਾਣੀ ਲਿਆਉਣ ਵਾਸਤੇ ਪ੍ਰਭੂ ਬੰਦਗੀ ਵਿੱਚ ਲੀਨ ਹੋਣ ਲਈ ਤਿਆਰ ਹੋ ਗਏ ਤੇ ਛਾਣੇ ਕੱਢ ਕੇ ਪ੍ਰਭੂ ਜੀ ਦੇ ਗੁਣ ਗਾਇਨ ਕਰਨ ਲੱਗ ਪਏ। ਭਗਤ ਜੀ ਬਿਲਕੁਲ ਮਗਨ ਹੋ ਗਏ। ਉਧਰ ਪ੍ਰਭੂ ਜੀ ਦੀ ਮਿਹਰ ਨਾਲ ਪ੍ਰੇਤ ਨੇ ਸਰੀਰ ਤਿਆਗ ਦਿੱਤਾ। ਮਨੁੱਖੀ ਸਰੀਰ ਧਾਰ ਕੇ ਨਾਮਦੇਵ ਜੀ ਦੇ ਚਰਨਾਂ ਤੇ ਉਸ ਪ੍ਰੇਤ ਨੇ ਨਮਸਕਾਰ ਕੀਤੀ। ਭਗਤ ਜੀ ਨੇ ਪੁੱਛਿਆ ਕਿ ਤੈਨੂੰ ਭਲਾ ਪ੍ਰੇਤ ਜੂਨ ਮਿਲੀ ਕਿਉਂ? ਤਦ ਪ੍ਰੇਤ ਨੇ ਉੱਤਰ ਦਿੱਤਾ ਕਿ ਮੈਂ ਪਿਛਲੇ ਜਨਮ ਵਿੱਚ ਬ੍ਰਾਹਮਣ ਸਾਂ ਅਤੇ ਜਾਤ ਅਭਿਮਾਨ ਕਰਕੇ ਪਰਮੇਸ਼ਰ ਦੇ ਪਿਆਰਿਆਂ, ਪਰਮੇਸ਼ਰ ਦੇ ਭਗਤਾਂ, ਮਹਾਤਮਾ ਜਨਾਂ ਦੀਆਂ ਨਿੰਦਿਆ ਕਰਦਾ ਹੁੰਦਾ ਸੀ। ਇਹਨਾਂ ਕੋ ਕਰਮਾਂ ਸਦਕਾ ਮੈਨੂੰ ਪ੍ਰੇਤ ਜੂਨ ਪ੍ਰਾਪਤ ਹੋਈ। ਪ੍ਰੇਤ ਜੂਨ ਧਾਰਨ ਕਰਕੇ ਮੈਂ ਕਾਫੀ ਸਮਾਂ ਇੱਥੇ ਦੁਖੀ ਰਿਹਾ। ਅੱਜ ਤੁਸਾਂ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੈਨੂੰ ਤਾਰ ਦਿੱਤਾ ਹੈ। ਪ੍ਰੇਤ ਦਾ ਉਧਾਰ ਹੋ ਗਿਆ। ਨਾਮਦੇਵ ਜੀ ਗਾਗਰ ਉਠਾ ਕੇ ਖੂਹ ਦੀ ਮੌਣ ਤੇ ਚੜੇ। ਭਗਤ ਜੀ ਨੇ ਵੇਖਿਆ ਕਿ ਪਰਮੇਸ਼ਰ ਨੇ ਮਹਾਨ ਬਖਸ਼ਿਸ਼ ਕੀਤੀ। ਖੂਹ ਵਿੱਚ ਕੁੰਗੂ ਵਰਗਾ ਨਿਰਮਲ ਸੀਤਲ ਜਲ ਲਹਿਰਾਂ ਦੇ ਰੂਪ ਵਿੱਚ ਵਿਚਰ ਰਿਹਾ ਹੈ ਅਤੇ ਬਿਲਕੁਲ ਉੱਪਰ ਆ ਗਿਆ। ਨਾਮਦੇਵ ਜੀ ਨੇ ਗਾਗਰ ਜਲ ਦੀ ਭਰੀ ਅਤੇ ਮੰਡਲੀ ਪਾਸ ਆ ਕੇ ਸਾਰਿਆਂ ਦੀ ਪਿਆਸ ਬੁਝਾਉਣਾ ਕੀਤੀ। ਇਸ ਘਟਨਾ ਪਿੱਛੋਂ ਨਾਮਦੇਵ ਜੀ ਦਾ ਸਤਿਕਾਰ ਪਹਿਲਾਂ ਨਾਲੋਂ ਵੀ ਦੂਣ ਸਵਾਇਆ ਹੋ ਗਿਆ। ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਇੱਕ ਬਹੁਤ ਅਲੌਕਿਕ ਕੌਤਕ ਦੀ ਝਲਕ ਪੈਂਦੀ ਹੈ ਕਿ ਦੇਵਰਾ ਪਰਮੇਸ਼ਰ ਜੀ ਨੇ ਭਗਤ ਜੀ ਦੀ ਪਿਆਜ ਰੱਖਣ ਵਾਸਤੇ ਫੇਰਨਾ ਕੀਤਾ। ਯਾਤਰਾ ਸਮੇਂ ਨਾਮਦੇਵ ਜੀ ਕਲਪਧਾਰਾ ਮੰਦਿਰ ਪੁੱਜੇ। ਨਾਮਦੇਵ ਜੀ ਵੀ ਪ੍ਰਭੂ ਪ੍ਰੀਤ ਵਿੱਚ ਮਗਨ ਬਾਕੀ ਸੰਗਤਾਂ ਦੇ ਨਾਲ ਮੰਦਿਰ ਵਿੱਚ ਜਾ ਕੇ ਨਮਸਕਾਰ ਕਰਨ ਲਈ ਤੁਰ ਪਏ। ਮੰਦਿਰ ਵਿੱਚ ਪਾਂਡਿਆਂ ਦੀ ਭੀੜ ਲੱਗੀ ਹੋਈ ਸੀ ਅਤੇ ਆਰਤੀ ਕਰ ਰਹੇ ਸਨ। ਜਾਤ ਅਭਿਮਾਨੀ ਪੰਡਤ ਨਾਮਦੇਵ ਜੀ ਦੀ ਉਪਮਾ ਤਾਂ ਸੁਣ ਚੁੱਕੇ ਸਨ, ਪਰ ਅਖੌਤੀ ਨੀਵੀਂ ਸ਼ਿੰਬਾ ਜਾਤ ਦਾ ਹੋਣ ਕਰਕੇ ਬਹੁਤ ਨਫ਼ਰਤ ਕਰਦੇ ਸਨ। ਉਹਨਾਂ ਆਖਿਆ ਕਿ ਇਹ ਮੰਦਿਰ ਉੱਚੀ ਜਾਤੀ ਵਾਲਿਆਂ ਲਈ ਹੈ। ਤੂੰ ਨੀਚ ਜਾਤ ਦਾ ਸ਼ਿੰਬਾ ਇਸ ਮੰਦਿਰ ਵਿੱਚ ਨਹੀਂ ਆ ਸਕਦਾ। ਇੱਥੋਂ ਤੱਕ ਕਿ ਉਹਨਾਂ ਨਾਮਦੇਵ ਜੀ ਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਨਾਮਦੇਵ ਜੀ ਦੇ ਸ਼ਰਧਾਲੂਆਂ ਨੇ ਬ੍ਰਾਹਮਣਾਂ ਨੂੰ ਆਖਿਆ ਕਿ ਤੁਹਾਨੂੰ ਭਾਈ ਇਦਾਂ ਨਹੀਂ ਕਰਨਾ ਚਾਹੀਦਾ। ਭਗਵਾਨ ਜੀ ਦੇ ਘਰ ਜਾਤ ਪਾਤ ਦਾ ਕੋਈ ਫਰਕ ਨਹੀਂ। ਭਗਵਾਨ ਜੀ ਤਾਂ ਪ੍ਰੇਮ ਦੇ ਭੁੱਖੇ ਹਨ। ਪਰ ਕੌਣ ਸੁਣੇ? ਅਭਿਮਾਨੀ ਈਰਖਾ ਦੇ ਵਸ ਹੋਇਆ। ਸੋ ਉਹਨਾਂ ਨੇ ਇੱਕ ਵੀ ਉਹਨਾਂ ਦੀ ਗੱਲ ਨਾ ਸੁਣੀ ਤੇ ਭਗਤ ਜੀ ਨੂੰ ਬਾਹਰ ਮੰਦਿਰ ਵਿੱਚੋਂ ਕੱਢ ਦਿੱਤਾ। ਨਾਮਦੇਵ ਜੀ ਪ੍ਰਭੂ ਜੀ ਦੇ ਧਿਆਨ ਵਿੱਚ ਜੁੜ ਗਏ ਤੇ ਮੰਦਿਰ ਦੇ ਪਿੱਛੇ ਜਾ ਕੇ ਬੈਠ ਗਏ। ਆਪਣੇ ਮਨ ਅੰਦਰ ਬੇਨਤੀਆਂ ਕਰਨ ਲੱਗੇ ਕਿ ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰ ਨਾਮਾ ਪਕੜ ਉਠਾਇਆ। ਪਰਮੇਸ਼ਰ ਜੀ ਨੂੰ ਆਖ ਰਹੇ ਨੇ ਕਿ ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਰਹਾਉ ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਭੈਰੋਂ ਰਾਗ ਵਿੱਚ ਇਹ ਸ਼ਬਦ ਉਚਾਰ ਕੇ ਭਗਤ ਜੀ ਨੇ ਆਪਣੇ ਜੀਵਨ ਦੀ ਉਸ ਘਟਨਾ ਨੂੰ ਸਾਡੇ ਲਈ ਸਾਮਰਥਕ ਕੀਤਾ। ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1164 ਉੱਪਰ ਦਰਜ ਹੈ। ਭਗਤ ਜੀ ਆਖ ਰਹੇ ਨੇ ਕਿ ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਭਗਵਾਨ ਜੀ ਨੇ ਨਾਮਦੇਵ ਦਾ ਨਰਾਦਰ ਨਾ ਸਹਾਰ ਸਕਿਆ। ਭਗਤ ਜੀ ਨੇ ਆਪ ਕੋਈ ਕਰਾਮਾਤ ਨਹੀਂ ਵਿਖਾਈ। ਨਿਰਮਾਣ ਭਗਤ ਜੀ ਦੀ ਪਰਮੇਸ਼ਰ ਜੀ ਨੇ ਆਪ ਪੈਜ ਰੱਖੀ। ਭਗਵਾਨ ਜੀ ਵੱਲੋਂ ਵਾਪਰੀ ਇਹ ਕਰਾਮਾਤ ਪਹਿਲੇ ਯੁੱਗਾਂ ਦੇ ਤਪੀਸ਼ਵਰਾਂ ਵੱਲੋਂ ਤਪ ਦੇ ਜ਼ੋਰ ਨਾਲ ਵਿਖਾਈਆਂ ਕਰਾਮਾਤਾਂ ਨਾਲੋਂ ਭਿੰਨ ਸੀ। ਜਿਵੇਂ ਅਗਸਤ ਮੁਨੀ ਨੇ ਕ੍ਰੋਧਵਸ ਹੋ ਕੇ ਸਮੁੰਦਰ ਸੁਕਾ ਦਿੱਤਾ, ਗੌਤਮ ਰਿਸ਼ੀ ਨੇ ਯੁੱਗ ਪਲਟ ਦਿੱਤਾ, ਹੋਰ ਅਨੇਕਾਂ ਤਪਸਵੀਆਂ ਨੇ ਕਰਾਮਾਤਾਂ ਦਿਖਾਈਆਂ। ਭਗਵਾਨ ਜੀ ਨੇ ਜਾਤ ਅਭਿਮਾਨੀਆਂ ਦਾ ਹੰਕਾਰ ਖਤਮ ਕਰ ਲਈ ਮੰਦਿਰ ਦਾ ਮੂੰਹ ਭੁਆ ਕੇ ਪਿਛਲੇ ਪਾਸੇ ਵੱਲ ਕਰ ਦਿੱਤਾ, ਜਿੱਧਰ ਨਾਮਦੇਵ ਜੀ ਪ੍ਰਭੂ ਦੇ ਸੋਹਲੇ ਗਾ ਰਹੇ ਸਨ, ਪ੍ਰਭੂ ਦੀ ਕੀਰਤੀ ਵਿੱਚ ਜੁੜੇ ਬੈਠੇ ਸਨ।
ਪੱਥਰ ਦੀ ਮੂਰਤੀ ਵਿੱਚੋਂ ਪ੍ਰਭੂ ਜੀ ਪ੍ਰਗਟ ਹੋਏ ਤੇ ਆਖਣ ਲੱਗੇ, ਨਾਮਦੇਵ, ਇਹਨਾਂ ਪਖੰਡੀ ਬ੍ਰਾਹਮਣਾਂ ਨੇ ਤੈਨੂੰ ਖਾਮਖਾ ਤੰਗ ਕੀਤਾ ਹੈ, ਦੱਸ ਕੀ ਸਜ਼ਾ ਦੇਵਾਂ। ਨਾਮਦੇਵ ਜੀ ਪ੍ਰਭੂ ਜੀ ਦੀ ਬਖਸ਼ਿਸ਼ ਨਾਲ ਜੋ ਸਹਿਜ ਅਵਸਥਾ ਵਿੱਚ ਟਿਕੇ ਹੋਏ ਸਨ, ਰਾਗ ਦਵੈਕ ਦੀ ਹਿਰਦੇ ਵਿੱਚ ਉਹਨਾਂ ਦੇ ਕੋਈ ਥਾਂ ਨਹੀਂ ਸੀ, ਆਖਣ ਲੱਗੇ ਕਿ ਨਾ ਕੋ ਬੈਰੀ ਨਾਹੀ ਬੇਗਾਨਾ, ਸਗਲ ਸੰਗ ਹਮਕੋ ਬਨਿਆਈ ਦੀ ਅਵਸਥਾ ਉਹਨਾਂ ਤੇ ਵਰਤ ਚੁੱਕੀ ਸੀ। ਉੱਤਰ ਦਿੱਤਾ ਕਿ ਹੇ ਪਤਿਤ ਪਾਵਨ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਪ੍ਰਭੂ ਜੀ, ਇਹ ਬ੍ਰਾਹਮਣ ਵੀ ਆਪ ਜੀ ਦੀ ਰਜੋ ਤਮੋ ਸਤੋ ਤ੍ਰੈ ਗੁਣੀ ਮਾਇਆ, ਜਿਸ ਨੇ ਤਿੰਨਾਂ ਲੋਕਾਂ ਨੂੰ ਠੱਗਿਆ ਹੋਇਆ ਹੈ, ਉਹਦੇ ਵਸ ਵਿੱਚ ਹੀ ਹਨ। ਇਹ ਸੰਤਾਂ ਮਹਾਤਮਾਵਾਂ ਦੇ ਪ੍ਰੇਮ ਨੂੰ ਸਮਝ ਨਹੀਂ ਸਕਦੇ, ਸੋ ਕਿਰਪਾ ਕਰਕੇ ਇਹਨਾਂ ਨੂੰ ਮੁਆਫ ਕਰ ਦੇ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਵੀ ਇਸ ਭਗਤ ਜੀ ਦੇ ਜੀਵਨ ਦੀ ਘਟੀ ਹੋਈ ਘਟਨਾ ਉੱਪਰ ਮੋਹਰ ਲਾਉਂਦਿਆਂ ਬਚਨ ਕੀਤਾ ਹੈ ਕਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਭਗਤ ਨਾਮਦੇਵ ਜੀ ਦੀ ਮਨੋਭਾਵਨਾ ਪੂਰੀ ਕਰਕੇ ਭਗਵਾਨ ਜੀ ਅਲੋਪ ਹੋ ਗਏ। ਸਿੱਖਿਆ ਮਿਲਦੀ ਹੈ ਕਿ ਮੇਰੀ ਆਤਮਾ ਵੇਖ, ਸੰਤਾਂ ਦਾ ਸੁਭਾਅ ਅਵਗੁਣ ਕਰਨ ਵਾਲਿਆਂ ਉੱਪਰ ਵੀ ਦਇਆ ਕਰਨ ਵਾਲਾ, ਗੁਣ ਕਰਨ ਵਾਲਾ ਹੁੰਦਾ ਹੈ। ਇਸ ਕੌਤਕ ਨੂੰ ਹਜ਼ਾਰਾਂ ਲੋਕਾਂ ਨੇ ਵੇਖਿਆ। ਮਾਇਆਵਸ ਹੋ ਕੇ ਪਾਂਡਿਆਂ ਨੇ ਮੰਦਰ ਨੂੰ ਆਪਣੀ ਮਲਕੀਅਤ ਹੀ ਬਣਾਇਆ ਹੋਇਆ ਸੀ। ਆਮ ਲੋਕਾਂ ਪਾਸੋਂ ਪ੍ਰਭੂ ਭਗਤੀ ਦਾ ਅਧਿਕਾਰ ਵੀ ਖੋਹ ਲਿਆ। ਮੰਦਰ ਦੇ ਘੁੰਮਣ ਵਾਲੇ ਦ੍ਰਿਸ਼ ਨੂੰ ਵੇਖ ਕੇ ਹੰਕਾਰੀ ਭੈਭੀਤ ਹੋ ਗਏ। ਉਹਨਾਂ ਨੂੰ ਐਵੇਂ ਜਾਪਿਆ ਜਿਵੇਂ ਧਰਤੀ ਭੁਚਾਲ ਨਾਲ ਗਰਕ ਹੋ ਜਾਵੇਗੀ, ਪਰ ਨਾਮਦੇਵ ਜੀ ਦੀ ਕਿਰਪਾ ਨਾਲ ਗਰਕ ਹੋਏ ਹੋਣੋਂ ਬਚ ਗਏ। ਸ਼ਰਧਾਲੂਆਂ ਦੇ ਹਿਰਦੇ ਕਮਲ ਫੁੱਲ ਵਾਂਗੂ ਖਿੜ ਗਏ। ਉਹਨਾਂ ਨਾਮਦੇਵ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਨੀਆਂ ਆਰੰਭ ਕਰ ਦਿੱਤੀਆਂ। ਸੱਚੇ ਭਗਤ ਦੀ ਜੈ ਜੈਕਾਰ ਹੋਈ। ਭਗਤ ਜੀ ਦੇ ਜੀਵਨ ਵਿੱਚ ਇੱਕ ਕੌਤਕ ਹੋਰ ਬੜਾ ਸਪਸ਼ਟ ਰੂਪ ਵਿੱਚ ਉਗੜ ਕੇ ਸਾਹਮਣੇ ਆਉਂਦਾ ਹੈ, ਜਦੋਂ ਪਰਮੇਸ਼ਰ ਨੇ ਭਗਤ ਨਾਮਦੇਵ ਜੀ ਦੀ ਸ਼ਾਨ ਬਣਾਉਣਾ ਕੀਤੀ। ਨਾਮਦੇਵ ਜੀ 8 ਪਹਿਰ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ, ਇੱਕ ਨਿਮਕ ਵੀ ਮਨ ਤੋਂ ਨਾਮ ਨਾ ਵਿਸਾਰਦੇ। ਅੰਤਰਜਾਮੀ ਪ੍ਰਭੂ ਜੀ ਨਾਮਦੇਵ ਜੀ ਦੀ ਕੁਟੀਆ ਨੂੰ ਅੰਤਰਜਾਮੀ ਪ੍ਰਭੂ ਜੀ ਵੀ ਸਰਬ ਕਾਰਜ ਭਗਤ ਜੀ ਦੇ ਆਪ ਸਵਾਰਦੇ। ਇੱਕ ਦਿਨ ਅਜਿਹੀ ਖੇਡ ਵਰਤੀ ਕਿ ਨਾਮਦੇਵ ਜੀ ਦੀ ਕੁਟੀਆ ਨੂੰ ਅੱਗ ਲੱਗ ਗਈ। ਸਭ ਸਮੱਗਰੀ ਸੜ ਗਈ। ਜੋ ਕੁਝ ਬਚਿਆ ਵੀ ਸੀ, ਨਾਮਦੇਵ ਜੀ ਨੇ ਆਪ ਚੁੱਕ ਕੇ ਬਲਦੀ ਹੋਈ ਅੱਗ ਵਿੱਚ ਸੁੱਟ ਦਿੱਤਾ। ਕਿਉਂਕਿ ਆਪ ਹਰਖ ਸੋਗ ਭਾਵ ਖੁਸ਼ੀ ਗਮੀ ਤੋਂ ਉੱਪਰਲੀ ਅਵਸਥਾ ਵਿੱਚ ਫੁਰਨੇ ਤੋਂ ਰਹਿਤ ਹੋ ਕੇ ਭਗਵਾਨ ਦੇ ਗੁਣ ਗਾ ਰਹੇ ਸਨ। ਨਾਮਦੇਵ ਜੀ ਇਸ ਅੱਗ ਲੱਗਣ ਨੂੰ ਵੀ ਭਗਵਾਨ ਜੀ ਦੀ ਖੇਡ ਸਮਝਦੇ ਅਤੇ ਅਗਨ ਰੂਪ ਵਿੱਚ ਭਗਵਾਨ ਆਪਣੇ ਘਰ ਵਿੱਚ ਆਇਆ ਜਾਣਦੇ। ਸਾਰਾ ਸਮਾਨ ਸੜ ਗਿਆ, ਉੱਪਰੋਂ ਰਾਤ ਪੈ ਗਈ। ਲੋਕਾਂ ਨੇ ਆਪੋ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਨਾਮਦੇਵ ਜੀ ਨੇ ਆਪਣਾ ਬਚਿਆ ਸਮਾਨ ਵੀ ਅੱਗ ਵਿੱਚ ਸੁੱਟ ਕੇ ਸਾੜ ਦਿੱਤਾ। ਹੁਣ ਨਾਮਦੇਵ ਘਰ ਤੋਂ ਬਿਨਾਂ ਬਹੁਤ ਔਖੇ ਹੋਣਗੇ। ਨਾਮਦੇਵ ਜੀ ਦੇ ਪ੍ਰੇਮੀ ਤਾਂ ਦੁਖੀ ਸਨ, ਪਰ ਈਰਖਾਲੂ ਬਹੁਤ ਖੁਸ਼ ਹੋਏ। ਨਾਮਦੇਵ ਜੀ ਨੂੰ ਪਿਤਾ ਦਮੇਸ਼ਟੀ ਨੇ ਕੁਝ ਮਾਇਆ ਦੇ ਕੇ ਛੰਨ ਬਣਾਉਣ ਦੀ ਸਮੱਗਰੀ ਲੈਣ ਲਈ ਭੇਜਿਆ। ਨਗਰੋਂ ਬਾਹਰ ਕੁਝ ਮਹਾਤਮਾ ਭਗਤ ਨਾਮਦੇਵ ਜੀ ਨੂੰ ਮਿਲ ਪਏ। ਉਹਨਾਂ ਨੇ ਨਾਮਦੇਵ ਜੀ ਪਾਸੋਂ ਕਿਸੇ ਸੇਠ ਦਾ ਘਰ ਪੁੱਛਿਆ ਤੇ ਨਾਮਦੇਵ ਜੀ ਆਖਣ ਲੱਗੇ ਕਿ ਮੈਂ ਇੱਕ ਸੇਠ ਦਾ ਨੌਕਰ ਹੀ ਹਾਂ। ਉਸ ਨੇ ਮੈਨੂੰ ਮਹਾਤਮਾਵਾਂ ਦੀ ਸੇਵਾ ਵਾਸਤੇ ਆ ਮਾਇਆ ਦਿੱਤੀ ਹੈ। ਆਓ ਮੈਂ ਤੁਹਾਨੂੰ ਬਾਣੀਏ ਪਾਸੋਂ ਭੋਜਨਾਂ ਦੀ ਸਮੱਗਰੀ ਲੈ ਦਿੰਦਾ। ਮਹਾਤਮਾ ਸਮੱਗਰੀ ਲੈ ਕੇ ਅਸ਼ੀਰਵਾਦ ਦੇ ਕੇ ਚਲੇ ਗਏ। ਨਾਮਦੇਵ ਜੀ ਛੱਪਰ ਬਣਾਉਣ ਬਾਰੇ ਸੋਚਣ ਲੱਗੇ, ਪਰ ਮਾਇਆ ਜੋ ਛੱਪਰ ਦੀ ਸਮੱਗਰੀ ਲੈਣ ਵਾਸਤੇ ਨਾਲ ਲਿਆਂਦੀ ਸੀ, ਉਹ ਸਾਧੂ ਮਹਾਤਮਾਵਾਂ ਦੀ ਸੇਵਾ ਲਈ ਖਰਚ ਕਰ ਦਿੱਤੀ। ਕੋਲ ਕੁਝ ਵੀ ਨਹੀਂ ਸੀ, ਸੋ ਚੁੱਪ ਕਰਕੇ ਇੱਕ ਨਵੇਕਲੀ ਥਾਂ ਤੇ ਚੌਂਕੜਾ ਮਾਰ ਕੇ ਬੈਠ ਗਿਆ ਤੇ ਪ੍ਰੇਮਾ ਭਗਤੀ ਵਿੱਚ ਮਗਨ ਹੋ ਗਏ। ਉਧਰ ਘਰ ਵਿੱਚ ਨਾਮਦੇਵ ਜੀ ਦੇ ਪਰਿਵਾਰ ਵਾਲੇ ਚਿੰਤਾ ਕਰ ਰਹੇ ਸਨ ਕਿ ਸ਼ਾਇਦ ਨਾਮਦੇਵ ਜੀ ਨੂੰ ਚੋਰਾਂ ਨੇ ਲੁੱਟ ਲਿਆ ਹੈ। ਤਰਕਾਲਾਂ ਪੈ ਗਈਆਂ। ਨਾਮਦੇਵ ਜੀ ਵੀ ਸਮਾਧੀ ਵਿੱਚੋਂ ਉਥਾਨ ਹੋਏ ਅਤੇ ਚਿੰਤਾ ਕਰਨ ਲੱਗੇ ਕਿ ਹੁਣ ਮਾਤਾ ਪਿਤਾ ਵੀ ਉਡੀਕਦੇ ਹੋਣਗੇ। ਉਧਰ ਪ੍ਰਭੂ ਜੀ ਸਭ ਸਮੱਗਰੀ ਛੱਪਰ ਵਾਸਤੇ ਇਕੱਠੀ ਕਰਕੇ ਗੱਡੇ ਉੱਪਰ ਲੱਦ ਕੇ ਨਾਮਦੇਵ ਜੀ ਦੇ ਪਿਤਾ ਦਮੇਸ਼ਟੀ ਜੀ ਪਾਸ ਪੁੱਜ ਗਏ, ਕਿਉਂਕਿ ਆਪਣੇ ਭਗਤ ਦੀ ਪੈਜ ਰੱਖਣੀ ਸੀ। ਸੋ ਇਸ ਕਰਕੇ ਆਖਣ ਲੱਗੇ ਜਾ ਕੇ ਕਿ ਦਮੇਸ਼ਟੀ ਜੀ, ਇਹ ਸਭ ਸਮੱਗਰੀ ਆਪ ਦੇ ਪੁੱਤਰ ਨਾਮਦੇਵ ਨੇ ਭੇਜੀ ਹੈ। ਪਿਆਰ ਵਸ ਹੋ ਕੇ ਭਗਵਾਨ ਜੀ, ਜਿਨ੍ਹਾਂ ਨੇ ਬੇੜੀ ਭਾਵ ਛੱਪਰ ਬਣਾਉਣ ਵਾਲੇ ਕਾਰੀਗਰ ਦਾ ਵੀ ਰੂਪ ਧਾਰਨ ਕੀਤਾ ਹੋਇਆ ਸੀ, ਉਹ ਵੀ ਨਾਲ ਹੀ ਸਨ। ਉਹਨਾਂ ਨੇ ਨਾਮਦੇਵ ਜੀ ਦਾ ਛੱਪਰ ਬਣਾਉਣਾ ਆਰੰਭ ਕਰ ਦਿੱਤਾ। ਸਵਰਗ ਵਿੱਚੋਂ ਦੇਵਤਿਆਂ ਨੇ ਜਦੋਂ ਇਹ ਕੌਤਕ ਵੇਖਿਆ ਤਾਂ ਨਮਸਕਾਰਾਂ ਕਰਨ ਲੱਗੇ। ਭਗਵਾਨ ਜੀ ਪ੍ਰਸੰਨਤਾ ਅਨੁਭਵ ਕਰਨ ਲੱਗੇ। ਭਗਵੰਤ ਜੀ ਨੇ ਅਜਿਹੀ ਸੁੰਦਰ ਛੰਨ ਬੰਨੀ ਕਿ ਸਭ ਲੋਕ ਵੇਖ ਕੇ ਹੈਰਾਨ ਰਹਿ ਗਏ। ਇਵੇਂ ਮਹਿਸੂਸ ਹੋਵੇ ਜਿਵੇਂ ਇੰਦਰਪੁਰੀ ਦੀ ਸਾਰੀ ਸ਼ੋਭਾ ਇੱਥੇ ਲਿਆ ਕੇ ਸਜਾ ਦਿੱਤੀ ਹੋਵੇ। ਛੱਪਰ ਤਿਆਰ ਹੋ ਗਿਆ। ਬੇਡੀ ਸਰੂਪ ਵਿੱਚ ਭਗਵਾਨ ਜੀ ਨੇ ਦਮੇਸ਼ਟੀ ਪਾਸੋਂ ਆਗਿਆ ਮੰਗੀ। ਜਦੋਂ ਮਜ਼ਦੂਰੀ ਬਾਬਤ ਪੁੱਛਿਆ ਤਾਂ ਭਗਵਾਨ ਜੀ ਨੇ ਆਖਿਆ ਕਿ ਮਜ਼ਦੂਰੀ ਮੈਨੂੰ ਨਾਮਦੇਵ ਜੀ ਨੇ ਪਹਿਲਾਂ ਹੀ ਦੇ ਦਿੱਤੀ ਹੈ।
ਇਹ ਕਹਿ ਕੇ ਭਗਵਾਨ ਜੀ ਉੱਥੋਂ ਅਲੋਪ ਹੋ ਗਏ। ਉਧਰ ਆਪਣੀ ਸਮਾਧੀ ਵਿੱਚੋਂ ਉਥਾਨ ਹੋ ਕੇ ਭਗਤ ਨਾਮਦੇਵ ਜੀ ਜਦੋਂ ਘਰ ਵੱਲ ਨੂੰ ਤੁਰੇ, ਸੋਚ ਰਹੇ ਨੇ ਮਨ ਵਿੱਚ ਕਿ ਘਰ ਜਾ ਕੇ ਕੀ ਜਵਾਬ ਦੇਵਾਂਗਾ। ਜਦੋਂ ਘਰ ਪੁੱਜੇ ਤਾਂ ਉਹਨਾਂ ਬਹੁਤ ਵਧੀਆ ਆਪਣੇ ਘਰ ਵਾਲੀ ਥਾਂ ਤੇ ਛੱਪਰ ਬਣਿਆ ਵੇਖਿਆ। ਉਧਰ ਲੋਕ ਵੀ ਬੜੇ ਹੈਰਾਨ ਹੋਏ ਕਿ ਰਾਤੋਂ ਰਾਤ ਇੰਨਾ ਵਧੀਆ ਛੱਪਰ ਬਣਾ ਕੌਣ ਗਿਆ। ਦਮੇਸ਼ਟੀ ਜੀ ਭਗਤ ਨਾਮਦੇਵ ਜੀ ਦੇ ਪਿਤਾ ਜੀ, ਉਹਨਾਂ ਨੂੰ ਪ੍ਰਸੰਨ ਹੋ ਕੇ ਆਖਿਆ ਕਿ ਤੂੰ ਕਾਰੀਗਰ ਬਹੁਤ ਭੇਜਿਆ ਹੈ। ਦਮੇਸ਼ਟੀ ਜੀ ਪਿਤਾ ਜੀ ਨੇ ਨਾਮਦੇਵ ਜੀ ਉੱਪਰ ਪ੍ਰਸੰਨ ਹੋ ਕੇ ਆਖਿਆ ਕਿ ਨਾਮਦੇਵ, ਤੂੰ ਕਾਰੀਗਰ ਬਹੁਤ ਵਧੀਆ ਲੱਭ ਕੇ ਲਿਆਂਦਾ ਭੇਜਿਆ, ਜਿਸ ਨੇ ਦੇਖ ਇੰਨਾ ਸੁੰਦਰ ਛੱਪਰ ਬਣਾ ਦਿੱਤਾ। ਭਗਵੰਤ ਜੀ ਦੇ ਬਣੇ ਛੱਪਰ ਵੱਲ ਵੇਖ ਕੇ ਨਾਮਦੇਵ ਜੀ ਦਾ ਹਿਰਦਾ ਹਿਮਾਲਿਆ ਦੀ ਬਰਫ਼ ਵਾਂਗੂ ਠੰਡਾ ਹੋ ਗਿਆ, ਕਿਉਂਕਿ ਭਗਤ ਜੀ ਤਾਂ ਸਾਰੀ ਖੇਡ ਨੂੰ ਜਾਣਦੇ ਸਨ ਕਿ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਪਰਮੇਸ਼ਰ ਜੀ ਨੇ ਸਾਰੀ ਖੇਡ ਵਰਤਾਈ ਹੈ। ਲੋਕਾਂ ਅੰਦਰ ਵੀ ਨਾਮਦੇਵ ਜੀ ਦੇ ਛੱਪਰ ਵਰਗਾ ਛੱਪਰ ਬਣਾਉਣ ਦੀ ਲਾਲਸਾ ਪੈਦਾ ਹੋਈ। ਇੱਕ ਗਵਾਂਢਣ ਨੇ ਉਸ ਕਾਰੀਗਰ ਦਾ ਥਹੁ ਪਤਾ ਪੁੱਛਿਆ ਤੇ ਆਖਿਆ ਕਿ ਜਿੰਨੀ ਮਜ਼ਦੂਰੀ ਤੁਸੀਂ ਦਿੱਤੀ ਆ, ਮੈਂ ਉਹਦੇ ਤੋਂ ਦੁੱਗਣੀ ਦੇਣ ਨੂੰ ਤਿਆਰ ਆ। ਮੈਨੂੰ ਕਿਰਪਾ ਕਰੋ ਉਸ ਬੇਡੀ ਦਾ, ਉਸ ਕਾਰੀਗਰ ਦਾ ਥਹੁ ਪਤਾ ਦੱਸੋ। ਭਗਤ ਨਾਮਦੇਵ ਜੀ ਨੇ ਪ੍ਰਭੂ ਰੰਗ ਵਿੱਚ ਮਸਤ ਹੋ ਕੇ ਸ਼ਬਦ ਉਚਾਰਿਆ ਤੇ ਇਸ਼ਾਰਾ ਕੀਤਾ, ਪਾੜ ਪੜੋਸਣ ਪੂਛ ਲੈ ਨਾਮਾ, ਕਾਪੈ ਸ਼ਾਨ ਸ਼ਵਾਈ ਹੋ, ਤੋਪੈ ਹੈ ਦੁੱਗਣੀ ਮਜੂਰੀ ਦੇਹੋ, ਮੋਕੋ ਬੇਡੀ ਦੇਹੋ ਬਤਾਈ ਹੋ, ਰੀ ਬਾਈ ਬੇਡੀ ਦੇਨ ਨਾ ਜਾਈ, ਦੇਖ ਬੇਡੀ ਰਹਿ ਸਮਾਈ, ਹਮਾਰਾ ਬੇਡੀ ਪ੍ਰਾਨ ਆਧਾਰਾ ਰਹਾਓ। ਬੇਡੀ ਪ੍ਰੀਤ ਮਜੂਰੀ ਮੰਗੈ, ਜੋ ਕੋ ਸ਼ਾਨ ਸ਼ਵਾਵੈ ਹੋ, ਲੋਗ ਕੁਟੰਬ ਸਭ ਹੂੰ ਤੇ ਤੋਰੈ, ਤੋ ਆਪਨ ਬੇਡੀ ਆਵੈ ਹੋ, ਐਸੋ ਬੇਡੀ ਬਰਨ ਨ ਸਾਕੋ, ਸਭ ਅੰਤਰ ਸਭ ਠਾਈ ਹੋ, ਗੂੰਗੈ ਮਹਾ ਅੰਮ੍ਰਿਤ ਰਸ ਚਾਖਿਆ, ਪੂਛੈ ਕਹਿਨ ਨ ਜਾਈ ਹੋ, ਬੇਡੀ ਕੇ ਗੁਣ ਸੁਨ ਰੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ, ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਬਪੀਖਣ ਆਪਿਓ ਹੋ। ਸੋਰਠ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਇਹ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 657 ਉੱਪਰ ਸੁਭਾਇਮਾਨ ਹੈ। ਨਾਮਦੇਵ ਜੀ ਨੇ ਗਵਾਂਢਣ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਕਿ ਉਹ ਕਾਰੀਗਰ ਦਿੱਤਾ ਨਹੀਂ ਜਾ ਸਕਦਾ, ਉਹ ਤਾਂ ਹਰ ਥਾਂ ਤੇ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ, ਹਰ ਥਾਂ ਤੇ ਹਾਜ਼ਰ ਹੈ, ਮੇਰੇ ਪ੍ਰਾਣਾਂ ਦਾ ਆਸਰਾ ਹੈ। ਹਾਂ, ਜੇਕਰ ਉਸ ਬੇਡੀ ਜੀ ਨੂੰ ਪ੍ਰਾਪਤ ਕਰਨਾ ਲੋੜਦੇ ਹੋ ਤਾਂ ਲੋਕਾਂ ਦਾ, ਪਰਿਵਾਰ ਦਾ, ਰਿਸ਼ਤੇਦਾਰਾਂ ਦਾ ਝੂਠਾ ਪਿਆਰ ਛੱਡ ਕੇ ਉਸ ਨੂੰ ਪਿਆਰ ਕਰਨਾ ਕਰੋ। ਇਹ ਮਜ਼ਦੂਰੀ ਉਸ ਬੇਡੀ ਦੀ ਮਜ਼ਦੂਰੀ ਹੈ। ਇਹ ਪ੍ਰੀਤ ਰੂਪੀ ਮਜ਼ਦੂਰੀ ਹੀ ਉਹ ਬੇਡੀ, ਉਹ ਕਾਰੀਗਰ ਮੰਗਦਾ ਹੈ। ਇਹੋ ਜਿਹਾ ਕਾਰੀਗਰ ਬੇਡੀ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਹ ਹਰ ਥਾਂ ਵਿਆਪਕ ਹੈ। ਜਿਵੇਂ ਗੂੰਗਾ ਪੁਰਸ਼ ਕਿਸੇ ਰਸ, ਕਿਸੇ ਸਵਾਦ ਨੂੰ ਚੱਖ ਕੇ ਬਿਆਨ ਨਹੀਂ ਕਰ ਸਕਦਾ, ਤਿਵੇਂ ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਸੁਚੱਜੀ ਭੈਣ, ਹੇ ਗੁਆਂਢਣ, ਉਸ ਬੇਡੀ ਨੇ ਸਮੁੰਦਰ ਉੱਤੇ ਪੁਲ ਬੰਨ ਦਿੱਤਾ, ਧਰੂ ਨੂੰ ਅਟਲ ਪਦਵੀ ਬਖਸ਼ੀ, ਰਾਵਣ ਦਾ ਨਾਸ਼ ਕੀਤਾ, ਸੀਤਾ ਨੂੰ ਵਾਪਸ ਲਿਆਂਦਾ, ਲੰਕਾ ਦਾ ਰਾਜ ਭੀਖਣ ਨੂੰ ਸੌਂਪਿਆ, ਉਹ ਹੀ ਮੇਰਾ ਮਾਲਕ ਹੈ। ਇਵੇਂ ਨਾਮਦੇਵ ਜੀ ਨੇ ਆਂਢੀਆਂ ਗੁਆਂਢੀਆਂ ਨੂੰ ਭਗਵਾਨ ਜੀ ਦੀ ਉਪਮਾ ਦੇ ਸੰਬੰਧ ਵਿੱਚ ਦੱਸਿਆ, ਪ੍ਰਗਟ ਕੀਤੀ ਤੇ ਆਖਿਆ ਕਿ ਮੈਂ ਗਰੀਬ ਹਾਂ, ਭਗਵਾਨ ਹੀ ਮੇਰੀਆਂ ਲੋੜਾਂ ਪੂਰੀਆਂ ਕਰਦਾ ਹੈ। ਜੇਕਰ ਤੁਸੀਂ ਵੀ ਉਸ ਕਾਰੀਗਰ ਨਾਲ, ਉਸ ਬੇਡੀ ਨਾਲ, ਉਸ ਪ੍ਰਭੂ ਨਾਲ ਅਜਿਹੀ ਪ੍ਰੀਤ ਕਰੋਗੇ ਤਾਂ ਤੁਹਾਡੇ ਵੀ ਸਾਰੇ ਕੰਮ ਪ੍ਰਭੂ ਜੀ ਆਪ ਸਵਾਰਨਗੇ। ਜਿਸ ਨਗਰ ਵਿੱਚ ਨਾਮਦੇਵ ਜੀ ਰਹਿੰਦੇ ਸਨ, ਉਸੇ ਨਗਰ ਵਿੱਚ ਇੱਕ ਸੇਠ ਰਹਿੰਦਾ ਸੀ। ਉਸ ਨੇ ਹੇਰਾਫੇਰੀ ਨਾਲ ਬਹੁਤ ਧਨ ਕਮਾਇਆ ਹੋਇਆ ਸੀ। ਦੁਨਿਆਵੀ ਵਡਿਆਈ ਵਾਸਤੇ ਉਹ ਸੋਨੇ ਆਦਿਕ ਦਾ ਬਹੁਤ ਦਾਨ ਕਰਦਾ ਸੀ। ਭਗਤ ਨਾਮਦੇਵ ਜੀ ਦੀ ਮਹਿਮਾ ਸੁਣ ਕੇ ਭਗਤ ਜੀ ਨੂੰ ਘਰ ਸੱਦ ਕੇ ਕਹਿਣ ਲੱਗਾ ਕਿ ਨਾਮਦੇਵ ਜੀ, ਤੁਸੀਂ ਸੋਨਾ ਲੈਣ ਕਿਉਂ ਨਹੀਂ ਆਏ? ਕਿਉਂਕਿ ਉਸ ਨੇ ਬਾਕੀ ਬ੍ਰਾਹਮਣਾਂ ਨੂੰ, ਬਾਕੀ ਸਾਧੂਆਂ ਨੂੰ ਘਰੇ ਸੱਦ ਕੇ ਸੋਨਾ ਦਾਨ ਕੀਤਾ, ਪਰ ਭਗਤ ਜੀ ਜਦੋਂ ਨਾ ਗਏ ਤਾਂ ਉਸ ਨੇ ਭਗਤ ਜੀ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ ਸੋਨਾ ਲੈਣ ਕਿਉਂ ਨਹੀਂ ਆਏ? ਭਗਤ ਜੀ ਨੇ ਆਖਿਆ, ਸੇਠ ਜੀ, ਮੈਨੂੰ ਸੋਨੇ ਦੀ ਇੱਛਾ ਹੀ ਨਹੀਂ। ਦੁਬਾਰਾ ਫਿਰ ਸੇਠ ਨੇ ਬੇਨਤੀ ਕੀਤੀ, ਭਗਤ ਜੀ, ਆਪ ਪਾਸ ਬਹੁਤ ਮਹਾਤਮਾ ਆਉਂਦੇ ਨੇ, ਇਸ ਵਾਸਤੇ ਤੁਸੀਂ ਸੋਨਾ ਲੈ ਜਾਓ ਅਤੇ ਇਹ ਉਹਨਾਂ ਦੀ ਸੇਵਾ ਵਿੱਚ ਵਰਤ ਦਿਓ। ਨਾਮਦੇਵ ਜੀ ਨੇ ਉੱਤਰ ਦਿੱਤਾ ਕਿ ਸੇਠ ਜੀ, ਆਪ ਜੀ ਦੇ ਧਨ ਨੂੰ ਨਾਨਾ ਪ੍ਰਕਾਰ ਦੀ ਉਪਾਧੀ ਲੱਗੀ ਹੋਈ ਹੈ। ਮਹਾਤਮਾ ਤਾਂ ਭਗਵਾਨ ਦਾ ਦਿੱਤਾ ਅੰਨ ਜਲ ਛਕ ਲੈਂਦੇ ਨੇ। ਸੇਠ ਦੇ ਸ਼ਬਦਾਂ ਵਿੱਚ ਅਹੰਕਾਰ ਦੀ ਭਾਵਨਾ ਸੀ, ਸ਼ਰਧਾ ਅਤੇ ਪਿਆਰ ਦੀ ਕੋਈ ਰੱਤੀ ਭਰ ਵੀ ਅੰਸ਼ ਨਹੀਂ ਸੀ। ਉਸ ਨੇ ਹੰਕਾਰ ਮੱਤੇ ਨੇ ਆਖ ਦਿੱਤਾ ਕਿ ਤੁਸੀਂ ਟੁੱਕੜ ਮੰਗ ਕੇ ਖਾਂਦੇ ਹੋ, ਸੋ ਇਸ ਕਰਕੇ ਇਹ ਟੁੱਕੜ ਘਰ ਘਰ ਜਾ ਕੇ ਮੰਗਣ ਦੀ ਤਾਂ ਮੇਰੇ ਪਾਸੋਂ ਧਨ ਲੈ ਜਾਓ ਤਾਂ ਸਾਰੀ ਘਰ ਵਿੱਚ ਬੈਠੇ ਹੀ ਆਨੰਦ ਨਾਲ ਲੰਗਰ ਪਾਣੀ ਛਕੋਗੇ। ਸਾਰੇ ਜੀਵਾਂ ਦਾ ਇੱਕ ਦਾਤਾਰ ਵਾਹਿਗੁਰੂ ਜੀ ਦੇ ਪਿਆਰ ਤੋਂ ਸਖਣਾ ਸੇਠ ਆਪ ਹੀ ਦਾਤਾ ਬਣ ਬੈਠਾ। ਜਦੋਂ ਭਗਤ ਨਾਮਦੇਵ ਜੀ ਨੇ ਵੇਖਿਆ
ਕਿ ਸੇਠ ਦੇ ਅੰਦਰੋਂ ਮਾਇਆ ਦਾ ਹੰਕਾਰ ਨਹੀਂ ਨਿਕਲਦਾ, ਤਦ ਇੱਕ ਤੁਲਸੀ ਦਾ ਪੱਤਰ ਤੋੜ ਕੇ ਉਸ ਨੂੰ ਤਲੀ ਉੱਪਰ ਮਲ ਕੇ ਰਾਮ ਅੱਖਰ ਬਣਾ ਦਿੱਤਾ ਤੇ ਆਖਿਆ, ਸੇਠ ਜੀ ਇਸ ਰਾਮ ਅੱਖਰ ਦੇ ਬਰਾਬਰ ਸੋਨਾ ਦੇ ਦੇ। ਸੇਠ ਅਗਿਆਨਤਾ ਕਾਰਨ ਭਗਤ ਜੀ ਦੀ ਰਮਜ ਤਾਂ ਸਮਝ ਨਾ ਸਕਿਆ ਤੇ ਉਹ ਇਸ ਨੂੰ ਭਗਤ ਜੀ ਦੀ ਅਗਿਆਨਤਾ ਸਮਝਣ ਲੱਗਾ ਤੇ ਆਖਣ ਲੱਗਾ ਕਿ ਨਾਮਦੇਵ, ਮੈਂ ਬਹੁਤ ਵੱਡਾ ਸੇਠ ਹਾਂ, ਉਹ ਕੋ 5-700 ਅਸ਼ਰਪੀਆਂ ਮੇਰੇ ਪਾਸੋਂ ਮੰਗ, ਆਖਰ ਤੁਲਸੀ ਦੇ ਪੱਤਰ ਦੇ ਬਣੇ ਰਾਮ ਦੇ ਬਰਾਬਰ ਕੀ ਸੋਨਾ ਚੜੇਗਾ। ਪਰ ਭਗਤ ਜੀ ਨੇ ਆਖਿਆ ਕਿ ਨਹੀਂ, ਤੂੰ ਇੰਜ ਕਰ, ਇਸ ਤੁਲਸੀ ਦੇ ਪੱਤਰ ਦੇ ਬਣੇ ਹੋਏ ਰਾਮ ਦੇ ਬਰਾਬਰ ਹੀ ਮੈਨੂੰ ਸੋਨਾ ਦੇ ਦੇ। ਉਸ ਸੇਠ ਨੇ ਉਸ ਤੁਲਸੀ ਦੇ ਪੱਤਰ ਦੇ ਬਣੇ ਹੋਏ ਰਾਮ ਅੱਖਰ ਨੂੰ ਇੱਕ ਪਲੜੇ ਵਿੱਚ ਧਰ ਲਿਆ, ਦੂਜੇ ਪਾਸੇ ਮਹਿਲਾਂ ਵਿੱਚੋਂ ਸੋਨਾ ਮੰਗਵਾ ਕੇ ਧਰਿਆ, ਪਰ ਪਲੜਾ ਜਿਸ ਉੱਪਰ ਰਾਮ ਸੀ ਧਰਤੀ ਤੋਂ ਨਾ ਉੱਠਿਆ। ਫਿਰ ਸਭ ਤੋਂ ਵੱਡਾ ਤੱਕੜ ਮੰਗਵਾ ਕੇ ਯਤਨ ਕੀਤਾ ਕਿ ਰਾਮ ਅੱਖਰ ਦੇ ਬਰਾਬਰ ਧਨ ਪਾ ਕੇ ਪੂਰਾ ਕਰ ਸਕੇ, ਉਹ ਵੀ ਅਸਫਲ ਰਿਹਾ। ਤੁਲਸੀ ਦੇ ਪੱਤੇ ਦੇ ਬਣੇ ਰਾਮ ਅੱਖਰ ਵਾਲਾ ਪਲੜਾ ਧਰਤੀ ਤੋਂ ਨਾ ਹਿਲਿਆ। ਸੇਠ ਸਾਰਾ ਧਨ ਮਾਲ ਪਾ ਕੇ ਵੀ ਪਲੜੇ ਨੂੰ ਹਿਲਾਉਣ ਤੋਂ ਅਸਮਰੱਥ ਰਿਹਾ, ਬਹੁਤ ਪਰੇਸ਼ਾਨ ਹੋਇਆ। ਨਾਮਦੇਵ ਜੀ ਨੇ ਆਖਿਆ, ਸੇਠ ਜੀ ਤੁਸੀਂ ਸੰਕਲਪ ਦੁਆਰਾ ਆਪਣੇ ਕੀਤੇ ਜਾਪ ਤਪ ਜਾਗ ਬ੍ਰਤ ਤੀਰਥ ਇਸ਼ਨਾਨ ਆਦਿਕ ਕਰਮਾਂ ਦਾ ਫਲ ਵੀ ਪਲੜੇ ਵਿੱਚ ਪਾ ਕੇ ਵੇਖੋ। ਸੇਠ ਨੇ ਇਵੇਂ ਕੀਤਾ, ਪਰ ਪਲੜੇ ਨੇ ਧਰਤੀ ਨੂੰ ਛੱਡਿਆ ਨਾ। ਜਿਸ ਉੱਪਰ ਉਸ ਤੁਲਸੀ ਦੇ ਪੱਤੇ ਦਾ ਰਾਮ ਲਿਖਿਆ ਹੋਇਆ ਸੀ, ਉਹ ਪੱਤਾ ਧਰਤੀ ਤੋਂ ਹਿੱਲਿਆ ਨਾ। ਸੇਠ ਦੇ ਸਭ ਯਤਨ ਅਸਫਲ ਰਹੇ, ਅਖੀਰ ਮਾਨ ਟੁੱਟ ਗਿਆ। ਵਿਆਕੁਲ ਹੋ ਕੇ ਹੱਥ ਜੋੜ ਕੇ ਸਿਰ ਨਵਾ ਕੇ ਬੇਨਤੀ ਕਰਨ ਲੱਗਾ, ਭਗਤ ਜੀ ਖਿਮਾ ਕਰੋ, ਮੈਂ ਭੁੱਲ ਗਿਆ, ਮਾਇਆ ਨੇ ਮੇਰੀ ਮੱਤ ਮਾਰ ਲਈ, ਮੈਨੂੰ ਰਾਮ ਨਾਮ ਦੀ ਵਡਿਆਈ ਦਾ ਕੁਝ ਵੀ ਪਤਾ ਨਹੀਂ, ਐਵੇਂ ਹੰਕਾਰੀ ਹੋ ਕੇ ਸੰਤਾਂ ਨੂੰ ਦਾਨੀ ਬਣ ਦੱਸਦਾ ਰਹੂੰ, ਹੁਣ ਖਿਮਾ ਕਰ ਦਿਓ, ਮੈਂ ਅਤ ਗਰੀਬ ਹਾਂ। ਰਾਮ ਨਾਮ ਦੇ ਬਰਾਬਰ ਤਾਂ ਸਾਰੇ ਜਗਤ ਦੇ ਪਦਾਰਥ ਵੀ ਪਾ ਦਿੱਤੇ ਜਾਣ ਤਾਂ ਵੀ ਉਸ ਦੀ ਬਰਾਬਰੀ ਨਹੀਂ ਹੋ ਸਕਦੀ। ਭਗਤ ਨਾਮਦੇਵ ਜੀ ਨੇ ਪਵਿੱਤਰ ਬਾਣੀ ਵਿੱਚ ਰਾਮ ਨਾਮ ਅਤੇ ਕਰਮਕਾਂਡ ਬਾਬਤ ਇੰਜ ਇਸ਼ਾਰਾ ਦਿੱਤਾ ਹੈ, ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤ ਹੈ ਲੀਜੈ। ਰਹਾਉ ਗੰਗਾ ਜौ ਗੋਦਾਵਰ ਜਾਈਐ, ਕੁੰਭ ਜौ ਕੇਦਾਰ ਨਹਾਈਐ, ਗੋਮਤੀ ਸਹਸ ਗਊ ਦਾਨ ਕੀਜੈ, ਕੋਟ ਜौ ਤੀਰਥ ਕਰੈ, ਤਨ ਜौ ਹਿਵਾਲੇ ਗਾਰੈ, ਰਾਮ ਨਾਮ ਸਰ ਤਉ ਨ ਪੂਜੈ, ਆਸ ਦਾਨ ਗਾਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਕੀਜੈ, ਆਤਮ ਜौ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ, ਮਨ ਹੈ ਨਾ ਕੀਜੈ ਰੋਸ, ਜਮ ਹੈ ਨਾ ਦੀਜੈ ਦੋਸ, ਨਿਰਮਲ ਨਿਰਵਾਣ ਪਦ ਚੀਨ ਲੀਜੈ, ਜਸਰਥ ਰਾਏ ਨੰਦ ਰਾਜਾ ਮੇਰਾ, ਰਾਮਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਸੇਠ ਤੂੰ ਤਾਪ ਤੀਰਥਾਂ ਤੇ ਪੁੱਠੇ ਲਟਕ ਕੇ ਤਪ ਕਰਕੇ, ਸਿਰ ਤੇ ਆਰਾ ਧਰਵਾ ਕੇ ਸਰੀਰ ਕੋ ਟਵਾ ਲਵੇਂ, ਅਸਮੇਧ ਜਗ ਕਰੇ, ਸੋਨਾ ਦਾਨ ਕਰੇ, ਗੰਗਾ ਗੋਦਾਵਰੀ ਕੁੰਭ ਕੇਦਾਰ ਆਦ ਪਵਿੱਤਰ ਅਸਥਾਨਾਂ ਤੇ ਇਸ਼ਨਾਨ ਵੀ ਕਰੇ, ਦਵਾਰਕਾ ਪਾਸ ਵਗਣ ਵਾਲੀ ਨਦੀ ਗੋਮਤੀ ਤੇ ਹਜ਼ਾਰਾਂ ਗਊਆਂ ਦਾਨ ਕਰੇ, ਹਿਮਾਲਿਆ ਵਿੱਚ ਆਪਣਾ ਸਰੀਰ ਗਾਲ ਦੇਵੇਂ, ਘੋੜੇ ਹਾਥੀ ਬਸਤਰ ਪਲੰਗ ਸਮੇਤ ਇਸਤਰੀ ਧਰਤੀ ਆਪਣੀ ਬਲੀ ਦੇ ਦੇਵੇਂ, ਆਪਣੇ ਬਰਾਬਰ ਤੋਲ ਕੇ ਸੋਨਾ ਵੀ ਦਾਨ ਕਰੇ, ਤਾਂ ਵੀ ਰਾਮ ਨਾਮ ਦੇ ਬਰਾਬਰ ਨਹੀਂ ਹੋ ਸਕਦਾ। ਅੰਮ੍ਰਿਤ ਰੂਪੀ ਨਾਮ ਜਪਣ ਨਾਲ ਅਮਰ ਪਦ ਵੀ ਪ੍ਰਾਪਤ ਹੁੰਦੀ ਹੈ। ਸੋ ਰਾਮ ਦੇ ਨਾਮ ਦਾ ਸਿਮਰਨ ਕਰੋ ਜਿਹੜਾ ਸਰਬੱਤਰ ਰਮਿਆ ਹੋਇਆ ਹੈ। ਸੇਠ ਨਾਮਦੇਵ ਜੀ ਤੋਂ ਸਿੱਖਿਆ ਪ੍ਰਾਪਤ ਕਰਕੇ ਪ੍ਰਭੂ ਜੀ ਦਾ ਸਿਮਰਨ ਕਰਨ ਲੱਗਾ ਅਤੇ ਆਪਣਾ ਜਨਮ ਸਫਲਾ ਕਰ ਗਿਆ। हे ਮੇਰੀ ਆਤਮਾ, ਤੂੰ ਵੀ ਵਾਹਿਗੁਰੂ ਜੀ ਦਾ 8 ਪਹਿਰ ਸਿਮਰਨ ਕਰਿਆ ਕਰ, ਜਿਸ ਦੇ ਬਰਾਬਰ ਕੋਈ ਵਸਤੂ ਨਹੀਂ। ਨਾਮਦੇਵ ਜੀ ਇਸ਼ਨਾਨ ਕਰਨ ਵਾਸਤੇ ਨਦੀ ਕਿਨਾਰੇ ਗਏ। ਇਸ਼ਨਾਨ ਕਰਨ ਪਿੱਛੋਂ ਪ੍ਰਭੂ ਜੀ ਦੇ ਪਿਆਰ ਵਿੱਚ ਇਸ ਭਾਂਤ ਲਿਵਲੀਨ ਹੋ ਗਏ ਕਿ ਸਭ ਚਰ ਅਚਰ ਵਸਤੂਆਂ ਵਿੱਚ ਇੱਕ ਅਦਵੈਤ ਵੇਖਣ ਲੱਗੇ। ਅਹੰ ਭਾਵ ਹਿਰਦੇ ਵਿੱਚੋਂ ਖਤਮ ਹੋ ਗਿਆ, ਕੇਵਲ ਸ਼ੁੱਧ ਬ੍ਰਹਮ ਵਿੱਚ ਲੀਨ ਹੋ ਗਏ। ਭਾਵ ਬ੍ਰਹਮ ਜੋਤ ਵਿੱਚ ਨਾਮਦੇਵ ਜੀ ਦੀ ਜੋਤ ਰਲ ਗਈ। ਇੱਕ ਔਰਤ ਦਾ ਪਤੀ ਮਰ ਗਿਆ। ਸਤੀ ਹੋਣ ਵਾਸਤੇ ਉਹ ਨਦੀ ਦੇ ਕਿਨਾਰੇ ਆਈ। ਉਸਨੇ ਨਾਮਦੇਵ ਜੀ ਨੂੰ ਬ੍ਰਹਮ ਸਮਾਧੀ ਵਿੱਚ ਮਗਨ ਬੈਠੇ ਦੇਖਿਆ। ਤਦ ਮਨ ਨਾਲ ਵਿਚਾਰਨ ਲੱਗੀ ਕਿ ਮੈਂ ਮਰਨ ਲਈ ਤਾਂ ਤਿਆਰ ਹੀ ਹਾਂ। ਭਗਤ ਨਾਮਦੇਵ ਜੀ ਨੂੰ ਨਮਸਕਾਰ ਕਰਕੇ ਆਪਣਾ ਜਨਮ ਸਫਲਾ ਕਰ ਲਵਾਂ ਤਾਂ ਚੰਗਾ ਰਹੇਗਾ। ਇਵੇਂ ਮਨ ਵਿੱਚ ਵਿਚਾਰਾਂ ਕਰਦੀ ਉਹ ਭਗਤ ਜੀ ਪਾਸ ਪੁੱਜੀ। ਨਾਮਦੇਵ ਜੀ ਨੂੰ ਨਮਸਕਾਰ ਕੀਤੀ। ਭਗਤ ਨਾਮਦੇਵ ਜੀ ਨੇ ਲਿਵਲੀਨ ਅਵਸਥਾ ਵਿੱਚ ਆਖ ਦਿੱਤਾ, ਆਓ ਸੁਹਾਗਵੰਤੀ। ਸੁਹਾਗਵੰਤੀ ਸ਼ਬਦ ਭਗਤ ਜੀ ਦੇ ਮੂੰਹੋਂ ਸੁਣ ਕੇ ਉਹ ਔਰਤ ਬਹੁਤ ਪ੍ਰਸੰਨ ਹੋਈ। ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਕਿ हे ਭਗਵਾਨ ਸਰੂਪ ਨਾਮਦੇਵ ਜੀ,
ਮੈਂ ਆਪ ਜੀ ਦੇ ਮੁਖਾਰਬਿੰਦ ਤੋਂ ਕਹੇ ਸੁਹਾਗਵੰਤੀ ਸ਼ਬਦ ਤੋਂ ਹਜ਼ਾਰਾਂ ਵਾਰ ਕੁਰਬਾਨ ਜਾਂਦੀ ਹਾਂ। ਇਵੇਂ ਕਹਿ ਕੇ ਉਸ ਔਰਤ ਨੇ ਆਪਣੇ ਪਤੀ ਦਾ ਮ੍ਰਿਤਕ ਸਰੀਰ ਚੁਕਵਾ ਲਿਆਂਦਾ ਅਤੇ ਨਾਮਦੇਵ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤਾ ਤੇ ਬੇਨਤੀਆਂ ਕਰਨ ਲੱਗੀ, ਭਗਤ ਜੀ, ਧਰਤੀ, ਅੱਗ, ਹਵਾ, ਪਾਣੀ, ਦਿਸ਼ਾਵਾਂ, ਸੂਰਜ, ਚੰਦਰਮਾ, ਨਛੱਤਰ ਤਿੰਨਾਂ ਲੋਕਾਂ ਦੀ ਸਮੱਗਰੀ ਨਸ਼ਟ ਹੋ ਜਾਂਦੀ ਹੈ, ਖਤਮ ਹੋ ਸਕਦੀ ਹੈ। ਅੱਗ ਸਾੜਨ ਦਾ ਸੁਭਾਅ ਛੱਡ ਕੇ ਸੀਤਲਤਾ ਧਾਰਨ ਕਰ ਸਕਦੀ ਹੈ। ਪਾਣੀ ਆਪਣਾ ਠੰਡਾ ਸੁਭਾਅ ਤਿਆਗ ਕੇ ਸਾੜਨਹਾਰਾ ਸੁਭਾਅ ਗ੍ਰਹਿਣ ਕਰ ਸਕਦਾ ਹੈ। ਸੂਰਜ ਸੀਤਲ ਹੋ ਸਕਦਾ ਹੈ, ਚੰਦਰਮਾ ਤੇਜਮਈ ਹੋ ਸਕਦਾ ਹੈ, ਪ੍ਰਿਥਵੀ ਉਲਟ ਸਕਦੀ ਹੈ, ਆਕਾਸ਼ ਵੀ ਆਪਣਾ ਜੇ ਪੁਲਾੜ ਖਤਮ ਕਰ ਲਵੇ, ਆਪਣਾ ਸੁਭਾਅ ਛੱਡ ਦੇਣ, ਪਰ ਮਹਾਤਮਾ ਦਾ ਬਚਨ ਸਦਾ ਅਟਲ ਰਹਿੰਦਾ ਹੈ। ਆਪ ਜੀ ਨੇ ਮੈਨੂੰ ਦੁਰਭਾਗਣ ਨੂੰ ਸੁਹਾਗਵੰਤੀ ਆਖਿਆ ਹੈ। ਮੇਰਾ ਪਤੀ ਤੁਹਾਡੇ ਸਾਹਮਣੇ ਮੋਇਆ ਪਿਆ ਹੈ। ਉਪਰੋਕਤ ਬਚਨ ਸੁਣ ਕੇ ਭਗਤ ਜੀ ਮਨ ਵਿੱਚ ਵਿਚਾਰਨ ਲੱਗੇ ਕਿ ਐਵੇਂ ਹੀ ਬਿਨਾਂ ਸੋਚੇ ਸਮਝੇ ਇਸ ਨੂੰ ਸੁਹਾਗਵੰਤੀ ਦਾ ਵਰ ਮੈਂ ਕਿਉਂ ਆਖ ਦਿੱਤਾ। ਮੇਰੇ ਪਾਸੋਂ ਬਹੁਤ ਵੱਡੀ ਅਵਗਿਆ ਹੋ ਗਈ। ਮਨ ਬਹੁਤ ਦੁਖੀ ਹੋਇਆ। ਇਸ ਭੁੱਲ ਦਾ ਪਛਤਾਵਾ ਕਰਨ ਲੱਗੇ। ਇਵੇਂ ਮਨ ਵਿੱਚ ਵਿਚਾਰਾਂ ਕਰਦੇ ਫਿਰ ਭਗਤ ਜੀ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਪ੍ਰਭੂ ਜੀ ਨੇ ਅੰਤਰ ਆਤਮਾ ਵਿਖੇ ਹੀ ਨਾਮਦੇਵ ਜੀ ਨੂੰ ਆਖਿਆ ਕਿ ਨਾਮਦੇਵ, ਹੈਰਾਨ ਕਿਉਂ ਹੁੰਦਾ ਹੈ? ਉਸ ਮਰੇ ਹੋਏ ਪੁਰਸ਼ ਨੂੰ ਬਾਹੋਂ ਫੜ ਕੇ ਉਠਾ ਕੇ ਰਾਮ ਦਾ ਨਾਮ ਜਪਾਓ। ਨਾਮਦੇਵ ਜੀ ਨੇ ਭਗਵਾਨ ਜੀ ਦਾ ਹੁਕਮ ਮੰਨ ਕੇ ਉਸ ਮਰੇ ਹੋਏ ਪੁਰਸ਼ ਨੂੰ ਫੜ ਕੇ ਉਠਾ ਕੇ ਬਿਠਾ ਦਿੱਤਾ ਤੇ ਆਖਿਆ ਕਿ ਬੋਲ ਰਾਮ। ਉਹ ਪੁਰਸ਼ ਨਾਮਦੇਵ ਜੀ ਦੇ ਪਵਿੱਤਰ ਹੱਥਾਂ ਦੀ ਛੋਹ ਨਾਲ ਜੀਵਤ ਹੋ ਗਿਆ, ਚਰਨਾਂ ਤੇ ਢਹਿ ਪਿਆ, ਭਗਤ ਜੀ ਦੀ ਉਪਮਾ ਕਰਨ ਲੱਗਾ। ਲੋਕਾਂ ਨੇ ਇਸ ਅਲੌਕਿਕ ਦ੍ਰਿਸ਼ ਨੂੰ ਜਦ ਤੱਕਿਆ ਤਾਂ ਲੱਗੇ ਭਗਤ ਨਾਮਦੇਵ ਜੀ ਦੀ ਜੈ ਜੈਕਾਰ ਕਰਨ। ਉਸ ਇਸਤਰੀ ਨੇ ਆਪਣੇ ਗਹਿਣੇ ਲਾ ਕੇ ਨਾਮਦੇਵ ਜੀ ਉੱਪਰੋਂ ਵਾਰ ਕੇ ਗਰੀਬਾਂ ਨੂੰ ਵੰਡ ਦਿੱਤੇ। ਘਰ ਪੁੱਜ ਕੇ ਸਮਾਨ ਵੀ ਲੋੜਵੰਦਾਂ ਨੂੰ ਲੁਟਾ ਦਿੱਤਾ। ਦੋਵੇਂ ਪਤੀ ਪਤਨੀ ਨਾਮਦੇਵ ਜੀ ਤੋਂ ਉਪਦੇਸ਼ ਗ੍ਰਹਿਣ ਕਰਕੇ ਉਹਨਾਂ ਦੇ ਸਿੱਖ ਬਣ ਗਏ। ਉਸ ਬ੍ਰਾਹਮਣ ਦਾ ਪਹਿਲਾ ਨਾਮ ਜੈਦਰਥ ਬਦਲ ਕੇ ਜੈਦੇਵ ਰੱਖ ਦਿੱਤਾ। ਦੋਵੇਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਲੱਗੇ। ਹੇ ਮੇਰੀ ਆਤਮਾ, ਤੂੰ ਵੀ ਸਭ ਜੰਜਾਲਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨੀ ਆਰੰਭ ਕਰ। ਪ੍ਰਭੂ ਜੀ ਦੇ ਭਗਤਾਂ ਦੀ ਚਰਨ ਛੋਹ ਪ੍ਰਾਪਤ ਕਰ। ਐਵੇਂ ਹੀ ਸਵਾਨ ਰੂਪ ਵਿੱਚ ਭਗਵਾਨ ਜੀ ਨੂੰ ਪਹਿਚਾਣ ਕੇ ਘਿਓ ਲੈ ਕੇ ਪਿੱਛੇ ਭੱਜਣ ਦੀ ਸਾਖੀ। ਭਗਵਾਨ ਜੀ ਨੇ ਕਲੰਦਰ ਰੂਪ ਧਾਰ ਕੇ ਕੈਂਸੀਆਂ ਖੋਣੀਆਂ ਅਤੇ ਬਹੁਤ ਡਰਾਉਣਾ। ਫਿਰ ਨਾਮਦੇਵ ਜੀ ਨੇ ਪੁਕਾਰ ਉੱਠਣਾ, ਆਓ ਕਲੰਦਰ ਕੇਸਵਾ ਕਰ ਬਦਾਲੀ ਭੇਸਵਾ। ਬ੍ਰਾਹਮਣ ਰੂਪ ਧਾਰ ਕੇ ਭਗਤ ਜੀ ਦੀ ਪ੍ਰੀਖਿਆ ਲੈਣੀ। ਨਾਮਦੇਵ ਜੀ ਨੇ ਜਲ ਮਰਨ ਦੀ ਤਿਆਰੀ ਕਰਨੀ, ਪਰ ਭਗਵਾਨ ਜੀ ਨੇ ਭਗਤ ਜੀ ਨੂੰ ਬਾਹੋਂ ਫੜ ਕੇ ਉਠਾ ਲੈਣਾ ਅਤੇ ਅਸ਼ੀਰਵਾਦ ਦੇਣੀ। ਆਦ ਭਗਤ ਨਾਮਦੇਵ ਜੀ ਦੇ ਜੀਵਨ ਕਾਲ ਦੀਆਂ ਬੇਅੰਤ ਸਾਖੀਆਂ ਹਨ। ਇਹ ਜ਼ਿਕਰ ਆਉਂਦਾ ਹੈ ਕਿ ਆਪ ਜੀ ਨੂੰ ਕਰੀਬਨ 72 ਵਾਰ ਪ੍ਰਭੂ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ। ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਹਜ਼ਾਰਾਂ ਜੀਵ ਭਗਤੀ ਮਾਰਗ ਤੇ ਤੁਰਨ ਵਾਸਤੇ ਆਪ ਜੀ ਦੀ ਬਾਣੀ ਤੋਂ ਸਿੱਖਿਆ ਲੈਂਦੇ ਹਨ। ਸੋ ਭਗਤ ਜੀ ਅਨੇਕਾਂ ਪ੍ਰਾਣੀਆਂ ਦਾ ਉਧਾਰ ਕਰਦੇ ਹੋਏ ਪ੍ਰਭੂ ਸਿਮਰਨ ਬੰਦਗੀ ਵਿੱਚ ਲੀਨ 1350 ਈਸਵੀ ਨੂੰ ਪੁੰਡਰਪੁਰ ਵਿਖੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਪ੍ਰਭੂ ਜੋਤ ਵਿੱਚ ਲੀਨ ਹੋ ਗਏ। ਨਾਮਦੇਵ ਜੀ ਦੇ ਪੂਰੇ ਪ੍ਰਸੰਗਾਂ ਦਾ ਵਰਣਨ ਕਰਨਾ ਬਹੁਤ ਕਠਿਨ ਹੈ। ਕੁਝ ਕੁ ਸਾਖੀਆਂ ਆਪਣੇ ਮਨ ਨੂੰ ਹੌਸਲਾ ਦੇਣ ਲਈ, ਧਰਵਾਸ ਦੇਣ ਲਈ, ਪ੍ਰਭੂ ਮਾਰਗ ਉੱਪਰ ਤੋਰਨ ਦੇ ਵਾਸਤੇ ਪ੍ਰੇਰਨਾ ਰੂਪ ਵਿੱਚ ਵਾਚਣ ਲਈ ਆਪਾਂ ਯਤਨ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਭਗਤ ਜੀ ਦੇ ਜੀਵਨ ਵਿੱਚੋਂ ਸਾਨੂੰ ਪ੍ਰੇਰਨਾ ਮਿਲੇ ਤਾਂ ਜੋ ਅਸੀਂ ਵੀ ਪ੍ਰਭੂ ਬੰਦਗੀ ਵਿੱਚ ਲੀਨ ਹੋ ਕੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਕਰ ਸਕੀਏ। ਕੁਝ ਸਾਖੀਕਾਰਾਂ ਨੇ ਭਗਤ ਨਾਮਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੁਮਾਣ ਵੀ ਦੱਸਣਾ ਕੀਤਾ ਹੈ। ਸੋ 1350 ਈਸਵੀ ਨੂੰ ਭਗਤ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਪ੍ਰਭੂ ਜੋਤ ਵਿੱਚ ਲੀਨ ਹੋ ਗਏ।